देश दुनिया च वसते पंजाबियों को खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट सरदार हमीद सिंह जी, इन्हां दे नाल सरदार जगतार सिंह जी इंडियन एक्सप्रैस तो, और इन्हां दे नाल सरदार जसपाल सिंह सिद्धू जिन्हां ने उम्र भर UNI दे विच काम कीता है। सारिआं नूं जी आया जी। थैंक यू जी। एक बेहद संवेदनशील मुद्दे नूं एक वखरे कोण तो देखण दा यतन करांगे। सत्ताधारी धिर दे एक MLA जिहड़े पहिलां पुलिस अफसर सी कुंवर विजय प्रताप, जिहड़े बेअदबी मामलिਆਂ 'ਚ ਜਾਂਚ ਦੇ ਵਿੱਚ शामिल रहे सालां तक, ਉਹ ਬਾਈਬਲ ਕਲਾਂ ਜਾਂਦੇ ਆ। ਉਸ ਤੋਂ ਬਾਅਦ ਉੱਥੇ ਜਜ਼ਬਾਤੀ ਨਜ਼ਰੀਏ ਤੋਂ ਇੱਕ ਤਿੱਖਾਪਣ ਆ ਜਾਂਦਾ, ਇੱਕ ਰੋਡ ਬਲੌਕ ਕਰਤੀ ਜਾਂਦੀ ਹੈ। ਦੂਜੇ ਬੰਨੇ ਇਸੇ ਹੀ ਸਮੇਂ ਦੇ ਦੌਰਾਨ ਚੰਡੀਗੜ੍ਹ ਦੀਆਂ ਬਰੂਹਾਂ ਤੇ ਮੁਹਾਲੀ ਦੇ ਵਿੱਚ ਜਿਹੜਾ ਮੋਰਚਾ ਲੱਗਿਆ, ਉੱਥੋਂ 31 ਸਿੱਖ ਵਿਅਕਤੀ ਜਾਂਦੇ ਨੇ ਔਰ ਪ੍ਰਸ਼ਾਸਨ ਉਹਨਾਂ ਨੂੰ ਸੰਕੇਤਕ ਤੌਰ ਤੇ ਗ੍ਰਿਫਤਾਰ ਕਰਦਾ। ਨੋ ਡਾਊਟ ਇੱਕ ਪ੍ਰਕਿਰਿਆ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਇੱਕ ਨਵੇਂ ਕੋਣ ਤੋਂ ਇਸ ਕਰਕੇ ਦੇਖਣ ਦੀ ਜ਼ਰੂਰਤ ਆ ਕਿ ਕੀ ਸਿੱਖ ਮੁੱਦੇ ਬੇਅਦਬੀ ਵਰਗੀਆਂ ਘਟਨਾਵਾਂ ਦੇ ਨਜ਼ਰੀਏ ਤੋਂ ਲੋਕਾਂ ਦੇ ਮਨਾਂ 'ਚ ਜਿਹੜੀ ਜੁੰਬਸ਼, ਤਕਲੀਫ, ਇਹ ਹੁਣ ਸਰਕਾਰਾਂ ਬਣਾਉਣ ਜਾਂ ਗਰਾਉਣ ਦੇ ਵਿੱਚ ਸਮਰੱਥ ਹੈ? ਕੀ ਇਹਦੀ ਪਹਿਲ ਤਾਜ਼ਗੀ ਬਚੀ ਹੈ? ਕੀ ਅਜੇ ਵੀ ਸਰਕਾਰ ਸੰਕਟ 'ਚ ਹੋ ਸਕਦੀ ਇਹਦੇ ਨਾਲ? ਕੀ ਲੋਕ ਮਾਨਸਿਕਤਾ ਦੇ ਵਿੱਚ ਅਜੇ ਵੀ ਉਸੇ ਤਰ੍ਹਾਂ ਦਾ ਰੋਸ, ਗੁੱਸਾ, ਉਹ ਧਿਰਾਂ ਜਿਨ੍ਹਾਂ ਨੂੰ ਅਸੀਂ ਪੰਥਕ ਕਹਿੰਦੇ ਆ, ਉਹ ਧਿਰਾਂ ਜਿਹੜੀਆਂ ਪਿਛਲੇ ਸਮੇਂ ਸੱਤਾ ਤੇ ਆਸੀਨ ਸੀ, ਜਾਂ ਹੁਣ ਰਾਜ ਕਰਦੀਆਂ ਧਿਰਾਂ ਨੂੰ ਇਹਦੇ ਤੋਂ ਕਿਸੇ ਤਰ੍ਹਾਂ ਦੇ ਡਰ, ਭੈ, ਸੱਤਾ ਦੇ ਨਜ਼ਰੀਏ ਤੋਂ ਲੋੜ ਹੈ? ਸੱਤਾਧਾਰੀ ਜਾਂ ਸੱਤਾ 'ਚ ਰਹਿ ਚੁੱਕੇ ਲੋਕ ਜਾਂ ਸੱਤਾ ਪ੍ਰਾਪਤ ਕਰਨ ਦੀ ਹੋੜ 'ਚ ਬੈਠੇ ਲੋਕ ਇਹਨੂੰ ਮੁੱਦਾ ਬਣਾ ਕੇ ਕੋਈ ਪੌੜੀਆਂ ਚੜ੍ਹ ਸਕਦੇ, ਪੌੜੀਆਂ ਬਣਾ ਸਕਦੇ? ਇਹ ਸਾਰੇ ਸਵਾਲਾਂ ਨੂੰ ਐਡਰੈਸ ਕਰਦੇ ਆ। ਮੈਂ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ ਵੱਲ ਜਾਣਾ ਚਾਹੂੰਗਾ। ਇਹਨਾਂ ਨੇ ਬਰੀਕੀ ਨਾਲ ਦਹਾਕਿਆਂ ਤੱਕ ਪੰਥਕ ਰਾਜਨੀਤੀ ਨੂੰ ਦੇਖਿਆ, ਸਿੱਖ ਰਾਜਨੀਤੀ ਨੂੰ ਦੇਖਿਆ। ਇਸ ਤਰ੍ਹਾਂ ਦੇ ਮੁੱਦੇ ਭਾਵੇਂ ਨਕੋਦਰ ਤੋਂ ਲੈ ਕੇ 84 ਤੱਕ, ਦਿੱਲੀ ਦੇ ਕਤਲੇਆਮ ਤੱਕ, ਹਰ ਚੀਜ਼ ਨੂੰ ਬਰੀਕੀ ਨਾਲ ਦੇਖਣ ਤੋਂ ਬਾਅਦ ਸਰਦਾਰ ਜਗਤਾਰ ਸਿੰਘ ਜੀ, ਇਹ ਮੁੱਦਾ ਉਸੇ ਹੀ ਪਹਿਲ ਤਾਜ਼ਗੀ ਨਾਲ ਕਾਇਮ ਆ, ਉਸੇ ਹੀ ਤਰੀਕੇ ਨਾਲ ਸੱਤਾ ਨੂੰ ਉੱਪਰ ਥੱਲੇ ਕਰ ਸਕਦਾ, ਇਹ ਚੱਕ ਥਲ ਦੇ ਸਮਰੱਥ ਹੈ? ਮੈਂ ਰੰਧਾਵਾ ਜੀ ਇਹਦੇ ਨਾਲ ਇੱਕ ਡਾਈਮੈਂਸ਼ਨ ਹੋਰ ਐਡ ਕਰੂੰਗਾ ਕਿ ਬਰਗਾੜੀ 2015, ਨਕੋਦਰ 1986, ਇਹ ਮਸਲੇ ਉਸ ਤਰ੍ਹਾਂ ਹੀ ਕਿਉਂ ਖੜੇ ਅੱਜ ਵੀ ਇੰਨੇ ਸਾਲਾਂ ਬਾਅਦ? ਅਸੀਂ ਪੰਜਾਬ ਵਿੱਚ ਜਾਂ ਸਿੱਖ ਸਾਰੀ ਦੁਨੀਆ 'ਚ ਬੈਠੇ ਨਵੰਬਰ 1984 ਜਿਹੜਾ ਸਿੱਖਾਂ ਦਾ ਦਿੱਲੀ ਤੇ ਹੋਰ ਥਾਵਾਂ 'ਤੇ ਕਤਲੇਆਮ ਆਮ ਹੋਇਆ ਤੇ ਉਹਦਾ ਇਨਸਾਫ ਨਹੀਂ ਮਿਲਿਆ, ਉਹਦੇ ਬਾਰੇ ਅਸੀਂ ਕਹਿੰਦੇ ਹਾਂ ਵੀ ਉਸ ਵੇਲੇ ਦੀ ਕਾਂਗਰਸ ਪਾਰਟੀ ਦੀ ਸ਼ਹਿ ਤੇ ਸਾਰਾ ਕੁਝ ਹੋਇਆ ਤੇ ਮੁੜ ਕੇ ਇੰਡੀਅਨ ਸਟੇਟ ਨੇ ਸਾਨੂੰ ਉਹਦਾ ਇਨਸਾਫ ਅੱਜ ਤੱਕ ਨਹੀਂ ਦਿੱਤਾ। ਇੰਨੇ ਕਮਿਸ਼ਨ ਬਣੇ। ਪੰਜਾਬ ਤਾਂ ਆਪਣੀ ਸਟੇਟ ਹੈ ਰੰਧਾਵਾ ਜੀ, ਇੱਥੇ ਗੱਲ ਅੱਗੇ ਕਿਉਂ ਨਹੀਂ ਤੁਰ ਰਹੀ? ਇਹਦੇ 'ਚ ਵੱਡਾ ਆਸਪੈਕਟ ਇੱਕ ਇਹ ਹੈ ਵੀ ਗੱਲ ਕਿੱਥੇ ਅੜੀ, ਕਿੱਥੇ ਹੈ। ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਕੀ ਇਹ ਅੱਜ ਵੀ ਉੱਥੇ ਖੜੇ ਹੈ? ਇਹ ਵਹਿਮ 2017 ਦੇ ਵਿੱਚ ਅਕਾਲੀ ਦਲ ਨੂੰ ਵੀ ਸੀ ਵੀ ਇਹ ਤਾਂ ਮੁੱਦਾ ਹੈ ਨਹੀਂ, ਤੇ ਜਦੋਂ ਰਿਜ਼ਲਟ ਆਏ ਉਦੋਂ ਸਮਝ ਆਇਆ ਕਿ ਮੁੱਦਾ ਤਾਂ ਹੈਗਾ। ਲੋਕਾਂ ਦਾ ਗੁੱਸਾ ਉਸ ਤਰ੍ਹਾਂ ਹੀ ਕਾਇਮ ਰਿਹਾ ਤੇ 2022 ਦੀ ਇਲੈਕਸ਼ਨ 'ਚ ਲੋਕਾਂ ਨੇ ਕਾਂਗਰਸ ਔਰ ਅਕਾਲੀ ਦਲ ਦੋਹਾਂ ਤੇ ਹੀ ਗੁੱਸਾ ਕੱਢਿਆ। ਮੈਂ ਥੋੜੀ ਜਿਹੀ ਡਿਫਰੈਂਟ ਇਹਦੀ ਇੰਟਰਪ੍ਰੀਟੇਸ਼ਨ ਅੱਗੇ ਹੋਰ ਦੇਵਾਂਗਾ। ਬੜਾ ਮੈਸਿਵ ਮੈਂਡੇਟ ਆਮ ਆਦਮੀ ਪਾਰਟੀ ਨੂੰ ਮਿਲਿਆ ਕਿ ਉਹ ਆਮ ਆਦਮੀ ਪਾਰਟੀ ਕਲੀਨਿਕ ਬਣਾਉਣ ਵਾਸਤੇ ਜਾਂ ਸਕੂਲਾਂ ਦੀ ਨੁਹਾਰ ਬਦਲਣ ਵਾਸਤੇ ਇਹ ਮੈਂਡੇਟ ਮਿਲਿਆ ਸੀ, ਕਿਉਂਕਿ ਪੰਜਾਬ ਦਾ ਜਿਹੜਾ ਹੈਲਥ ਸਿਸਟਮ ਹੈ, ਐਜੂਕੇਸ਼ਨ ਸਿਸਟਮ ਹੈ, ਐਜੂਕੇਸ਼ਨ ਸਿਸਟਮ ਜਿੰਨੇ ਸਰਵੇ ਪਿਛਲੇ 6 ਮਹੀਨੇ 'ਚ ਹੋਏ ਆ, ਪੰਜਾਬ ਤਾਂ ਟੌਪ ਤੇ ਆ ਰਿਹਾ। ਸੋ ਉਹ ਪਿੱਛੇ ਇਸ਼ੂ ਕੁਛ ਹੋਰ ਸੀਗੀ। ਸਿੱਖ ਸਾਈਕੀ ਪੰਜਾਬ ਦੀ ਸਿਆਸਤ ਨੂੰ ਹਮੇਸ਼ਾ ਹੀ ਡਿਕਟੇਟ ਕਰਦੀ ਆਈ ਹੈ, ਸਿੱਖ ਇਸ਼ੂ ਡਿਕਟੇਟ ਕਰਦੇ ਹੈ ਤੇ ਅੱਜ ਵੀ ਇਹ ਇਸ਼ੂ ਉੱਥੇ ਹੀ ਖੜੇ ਹੈ। ਮੈਂ ਉੱਥੇ ਤਾਂ ਖੜੇ ਕਹਿ ਰਹੇ ਹਾਂ ਕਿ ਆਪ ਦੇ ਆਪਣੇ MLA ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣ ਇਹ ਕਹਿ ਰਹੇ ਹੈ ਕਿ ਇਹਦਾ ਇਨਸਾਫ ਨਹੀਂ ਮਿਲਣਾ। ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਇੰਡੀਅਨ ਸਟੇਟ ਨੇ ਬਰਗਾੜੀ ਤੇ ਇਨਸਾਫ ਨਹੀਂ ਦੇਣਾ। ਉਹਦੇ ਕਾਰਨ ਮੈਂ ਬਾਅਦ ਇੱਕ ਮਿੰਟ 'ਚ ਆ ਜਾਊਂਗਾ।
ਕੁੰਵਰ ਵਿਜੇ ਪ੍ਰਤਾਪ ਤੋਂ ਪਹਿਲਾਂ ਇੱਕ ਵਾਅਦਾ ਪੰਜਾਬ ਦੀ ਅਸੈਂਬਲੀ ਦੇ ਸਪੀਕਰ ਸਰਦਾਰ ਸੰਧਵਾ ਸਾਹਿਬ ਨੇ ਦਿੱਤਾ ਸੀ ਕਿ ਜੇ ਇੰਨੇ ਦਿਨਾਂ ਦੇ ਵਿੱਚ, 1.5 ਮਹੀਨੇ ਦੇ ਵਿੱਚ ਇਹ ਤੁਹਾਨੂੰ ਇਨਸਾਫ ਨਾ ਮਿਲਿਆ ਤੇ ਮੈਂ ਤੁਹਾਡੇ ਨਾਲ ਆ ਕੇ ਬੈਠੂੰਗਾ। ਅੱਜ ਸਵੇਰੇ ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਹਨਾਂ ਨੇ ਫਿਰ ਬਰਗਾੜੀ ਦਾ ਜ਼ਿਕਰ ਕੀਤਾ ਕਿ ਹੁਣ ਵੀ ਸਾਨੂੰ ਤਾਂ ਬਲੇਮ ਕਰਦੇ ਸੀ ਵੀ ਅਸੀਂ ਕਰਵਾਇਆ ਤੇ ਹੁਣ ਗੱਲ ਕਿੱਥੇ ਖੜੀ ਹੈ। ਇਹਦਾ ਮਤਲਬ ਜੇ ਸਵੇਰੇ ਵੀ, ਅੱਜ ਸਵੇਰੇ ਇੱਕ ਪਾਰਟੀ ਦਾ ਪ੍ਰਧਾਨ ਜ਼ਿਕਰ ਕਰ ਰਿਹਾ ਹੈ, ਇਹਦਾ ਮਤਲਬ ਇਹ ਹੈ ਕਿ ਇਹ ਇਸ਼ੂਜ਼ ਅਗਲੀ ਆਉਣ ਵਾਲੀ ਇਲੈਕਸ਼ਨ ਤੇ ਹਾਵੀ ਹੋਣਗੇ। ਲੋਕ ਸਭਾ ਦੀ ਇਲੈਕਸ਼ਨ ਅੱਗੇ ਆ ਰਹੀ ਹੈ ਔਰ ਇੱਕ ਮੁੱਦਾ ਇਹ ਫਿਰ ਉੱਠੇਗਾ। ਹੁਣ ਜਿਹੜੀ ਗੱਲ ਮੈਂ ਕੀਤੀ ਵੀ ਇਨਸਾਫ ਕਿਉਂ ਨਹੀਂ ਮਿਲ ਰਿਹਾ, ਗੱਲ ਇਹ ਹੈ। ਮੈਂ ਉਸ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰਨੀ ਚਾਹੂੰਗਾ, ਮੈਂ ਕਿਸੇ ਬਲੇਮ ਗੇਮ ਦੇ ਵਿੱਚ ਨਹੀਂ ਪੈਂਦਾ। ਅੱਜ ਇਸ਼ੂ ਹੈ ਕੀ ਹੈ? ਇੱਕ ਨੈਰੇਟਿਵ ਸਿਰਜਿਆ ਗਿਆ ਪੰਜਾਬ ਵਿੱਚ, ਅਕਾਲੀ ਦਲ ਦੀ ਸਰਕਾਰ ਸੀ ਜਿਹਦੇ ਵਿੱਚ ਇਹ ਬੇਅਦਬੀਆਂ ਹੋਈਆਂ। 2000, ਮੈਂ ਇਨ ਬਰੀਫ ਚੱਲੂਗਾ, 2007 ਦੇ ਵਿੱਚ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੇ ਸਵਾਗਤ ਰਚਿਆ ਗੁਰੂ ਗੋਬਿੰਦ ਸਿੰਘ ਦਾ, ਰੌਲਾ ਪਿਆ। ਉਹ ਉੱਥੇ ਅਕਾਲ ਤਖਤ ਦੇ ਜਥੇਦਾਰ ਨੇ ਹੁਕਮਨਾਮਾ ਇਸ਼ੂ ਕੀਤਾ, ਪੰਜਾਬ ਵਿੱਚ ਡਿਸਟਰਬੈਂਸ ਹੋਈ, ਲੋਕ ਮਰੇ, 12 ਕੇਸ ਦਰਜ ਹੋ ਗਿਆ। 2012 ਇਲੈਕਸ਼ਨ ਤੋਂ 5 ਦਿਨ ਪਹਿਲਾਂ ਉਹ ਕੇਸ ਵਟਰਾ ਹੋ ਗਿਆ। ਜਵਾਬਦੇਹੀ ਬਣਦੀ ਹੈ ਜਿਹੜੀ ਰੂਲਿੰਗ ਪਾਰਟੀ ਉਸ ਵੇਲੇ ਦੀ, ਉਹਦੀ ਬਣਦੀ ਹੈ। ਜੇ ਉਦੋਂ ਇਹ ਕੇਸ ਸਿਰੇ ਲੱਗ ਜਾਂਦਾ, ਹੋ ਸਕਦਾ ਹੈ ਕਿ ਨੌਬਤ ਇੱਥੇ ਨਾ ਆਉਂਦੀ। 15 ਦੇ ਵਿੱਚ ਜੂਨ ਪਹਿਲੀ ਨੂੰ ਆਪਣੇ ਗੁਰੂ ਗ੍ਰੰਥ ਸਾਹਿਬ ਮਿਸਿੰਗ ਪਾਇਆ ਜਾਂਦਾ ਆਪਣੇ ਬੁਰਜ ਦੇ ਪਿੰਡ ਤੋਂ। ਸਤੰਬਰ ਦੇ ਵਿੱਚ 24 ਜਾਂ 25 ਸਤੰਬਰ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹੈ, ਉਹ ਆਪਣੀ ਰਿਹਾਇਸ਼ ਤੇ ਜਥੇਦਾਰਾਂ ਦੀ ਮੀਟਿੰਗ ਸਮਨ ਕਰਦੇ ਆ। ਇਹ ਸਿੱਖ ਮਰਿਆਦਾ ਦੀ ਸਿੱਧੀ ਵਾਇਲੇਸ਼ਨ ਹੈ ਔਰ ਸਿੱਖ ਮਸਲਿਆਂ ਦੇ ਵਿੱਚ, ਧਾਰਮਿਕ ਮਸਲੇ ਸਿੱਧੀ ਦਖਲ ਅੰਦਾਜ਼ੀ ਸੀ। ਉਸ ਤੋਂ ਬਾਅਦ ਉਹਨਾਂ ਨੇ ਡੇਰਾ ਚੀਫ ਨੂੰ ਮਾਫੀ ਦੇਤੀ। ਸੰਗਤ ਦੇ ਵਿੱਚ ਗੁੱਸਾ ਫੈਲ ਗਿਆ। ਮਤਲਬ ਹਾਲਤ ਇਹ ਹੋ ਗਈ ਕਿ ਔਰ ਅਕਾਲ ਤਖਤ ਆਪਣੇ ਤਖਤ ਤੇ ਨਹੀਂ ਸੀ ਜਾ ਸਕਦਾ। ਉਸ ਤੋਂ ਬਾਅਦ SGPC ਨੇ ਉਸ ਹੁਕਮਨਾਮੇ ਨੂੰ 35-90 ਲੱਖ ਰੁਪਈਆ ਲਾ ਕੇ ਡਿਫੈਂਡ ਕੀਤਾ। ਪਾਰਟੀ ਸ਼੍ਰੋਮਣੀ ਅਕਾਲੀ ਦਲ ਡੋਮੀਨੇਟ ਕਰਦੀ, ਅਕਾਲੀ ਦਲ ਜਵਾਬਦੇਹੀ ਬਣਦੀ, ਮਾਫੀ ਵਾਪਸ ਲੈਣੀ ਪਈ। ਇਹ ਸਾਰਾ ਕੁਝ ਕਿਉਂ ਵਾਪਰਿਆ? ਮੈਂ ਇਹ ਨਹੀਂ ਕਹਿੰਦਾ ਵੀ ਇਹਨਾਂ ਨੇ ਕਰਾਇਆ। ਫਿਰ ਲਾਸਟ ਕੋਟਕਪੂਰਾ ਸਵੇਰੇ 5 ਵਜੇ ਪੁਲਿਸ ਕਿਉਂ ਭੇਜੀ ਗਈ? ਉਹ ਐਮਰਜੈਂਸੀ ਕੀ ਸੀ? ਲੋਕ ਆਰਾਮ ਨਾਲ ਬੈਠੇ ਸੀ, ਸ਼ਾਂਤੀ ਨਾਲ ਬਾਤ ਕਰ ਰਹੇ ਸੀ, ਚਲੋ ਭੇਜਤੀ। ਉੱਥੇ ਗੜਬੜ ਹੋ ਗਈ। ਉਸ ਤੋਂ ਠੀਕ 3 ਘੰਟੇ ਬਾਅਦ ਬਹਿਬਲ ਕਲਾਂ ਗੋਲੀ ਚੱਲਦੀ ਹੈ, 2 ਬੰਦੇ ਮਾਰੇ ਜਾਂਦੇ ਹੈ। ਕੋਟਕਪੂਰੇ ਤੋਂ ਬਾਅਦ ਪੁਲਿਸ ਨੂੰ ਰੋਕਿਆ ਕਿਉਂ ਨਹੀਂ ਗਿਆ? ਇਹ ਜਵਾਬਦੇਹੀ ਬਣਦੀ ਹੈ। ਇਹ ਇਨਕੁਆਇਰੀ ਹੋ ਰਹੀ ਹੈ। ਇਹਦੇ ਚ ਸਾਰੇ ਜਿਹੜੇ ਕਸੂਰਵਾਰ ਹੈ ਉਹ ਲੱਭੇ ਜਾਣਗੇ। ਹੁਣ ਕਸੂਰਵਾਰ, ਹੁਣ ਇੱਥੇ ਗੱਲ ਫਸ ਜਾਂਦੀ ਹੈ। ਇਹਦੇ ਚ ਉਹਨਾਂ ਪੁਲਿਸ ਅਫਸਰਾਂ ਦੇ ਨਾਂ ਆਉਂਦੇ ਹੈ ਜਿਹੜੇ ਕਿਸੇ ਵੇਲੇ ਮੈਂ ਹੀਰੋ ਇਨ ਕੋਟਸ ਕਹੂੰਗਾ, ਅੱਤਵਾਦ ਨੂੰ ਖਤਮ ਕਰਨ ਦੇ ਹੀਰੋ ਮੰਨੇ ਜਾਂਦੇ ਸੀਗੇ, ਤੇ ਜਿਨ੍ਹਾਂ ਦੇ ਨਾਂ ਫੇਕ ਐਨਕਾਊਂਟਰਸ ਤੇ ਹਰ ਤਰ੍ਹਾਂ ਦੇ ਜਿਹੜੀਆਂ ਜਾਤੀਆਂ ਹੋਈਆਂ ਲੋਕਾਂ ਦੇ ਖਿਲਾਫ, ਉਹਨਾਂ ਦੇ ਨਾਂ ਜੁੜੇ ਹੋਏ ਆ। ਤੇ ਇਹ ਹੁਣ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਇਹ ਐਲੀਮੈਂਟ ਸੀਗੇ, ਇਸ ਤਰ੍ਹਾਂ ਦੇ ਅਫਸਰ ਸੀ, ਉਹਨਾਂ ਨੂੰ ਇੰਡੀਅਨ ਸਟੇਟ ਦੀ ਪੂਰੀ ਸ਼ਹਿ ਸੀ ਤੇ ਪੂਰੀ ਪ੍ਰੋਟੈਕਸ਼ਨ ਸੀ। ਸੋ ਇਹਨਾਂ ਲੋਕਾਂ ਤੇ ਇੰਡੀਅਨ ਸਟੇਟ ਕਦੇ ਛੇਤੀ ਕੀਤੀਆਂ ਕੋਈ ਐਕਸ਼ਨ ਨਹੀਂ ਆਉਣ ਦੇਗੀ। ਇਸੇ ਕਰਕੇ ਇਹ ਕੇਸ ਮੇਰੇ ਖਿਆਲ ਦੇ ਵਿੱਚ ਅੱਗੇ ਨਹੀਂ ਵੱਧ ਰਿਹਾ। ਉਹਦਾ ਐਗਜ਼ਾਮਪਲ ਇੱਕ ਹੋਰ ਹੈ, ਸਿਰਫ ਇਹ ਕੇਸ ਹੀ ਨਹੀਂ, ਇਹਨਾਂ ਚੋਂ ਇੱਕ ਅਫਸਰ ਤੇ ਇੱਕ ਬਹੁਤ ਪੁਰਾਣਾ ਕੇਸ ਚੱਲ ਰਿਹਾ ਜਦੋਂ SSP ਲੁਧਿਆਣਾ ਸੀ। ਉਹਦਾ ਨਾ ਤਾਂ ਅੱਤਵਾਦ ਨਾਲ ਕੋਈ ਤਲਕ ਸੀ ਤੇ ਨਾ ਕਿਸੇ ਹੋਰ ਨਾਲ। ਉਹ ਨਿੱਜੀ ਦੁਸ਼ਮਣੀ ਦੇ ਵਿੱਚ ਬੰਦੇ ਮਾਰੇ ਗਏ। ਉਹ ਕੇਸ ਕਿੱਥੇ ਖੜਾ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਸੋ ਉਹ ਜਦੋਂ ਇਹ ਇਸ਼ੂ ਸਾਹਮਣੇ ਹੋਵੇ ਇਸ ਤਰੀਕੇ ਦੇ ਕਿ ਹੁਣ ਉਹ ਅਫਸਰ ਛੇਤੀ ਕੀਤਿਆਂ ਜਦੋਂ ਸਮਨ ਹੁੰਦਾ ਉਹ ਜਾਂਦਾ ਹੀ ਨਹੀਂ। ਸੋ ਗੱਲ ਇੰਨੀ ਸਿੰਪਲ ਨਹੀਂ ਹੈ ਜੀ। ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ 24 ਘੰਟੇ 'ਚ ਅਸੀਂ ਇਨਸਾਫ ਦਵਾ ਦਿਆਂਗੇ, ਕਿਉਂਕਿ ਸਾਨੂੰ ਪਤਾ ਵੀ ਕਸੂਰਵਾਰ ਕੌਣ ਹੈ। ਜੇ ਉਦੋਂ ਪਤਾ ਸੀ ਤੇ ਅੱਜ ਇਹਨਾਂ ਨੂੰ ਕਿਉਂ ਨਹੀਂ ਪਤਾ ਕਿ ਕਸੂਰਵਾਰ ਕੌਣ ਹੈ? ਵਾਰ-ਵਾਰ SIT ਬਣਦੀ ਹੈ, ਉਹਨਾਂ ਹੀ ਲੋਕਾਂ ਨੂੰ ਸਮਨ ਕਰਦੀ ਹੈ, ਉਹ ਐਕਸਰਸਾਈਜ਼ ਰਿਪੀਟ ਕੀਤੀ ਜਾਂਦੀ ਹੈ। ਕੀ ਕਾਰਨ ਹੈ?
ਜੀ, ਤੁਸੀਂ ਬਹੁਤ ਤਫਸੀਲ ਨਾਲ ਲਗਭਗ ਉਹ ਸੀਨ ਕ੍ਰੀਏਟ ਕਰਤਾ ਹੈ ਜਿਹੜਾ ਪਿਛਲੇ ਸਾਲਾਂ 'ਚ ਫੈਲਿਆ ਹੋਇਆ ਹੈ। ਸਰਦਾਰ ਹਮੀਰ ਸਿੰਘ ਜੀ, ਮੈਂ ਜਸਪਾਲ ਸਿੰਘ ਸਿੱਧੂ ਜੀ ਵੱਲ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਹੈ ਕਿ ਰਾਜਨੀਤੀ ਦੇ ਨਜ਼ਰੀਏ ਤੋਂ ਅੱਜ ਇਹਨੂੰ ਉਨੀ ਤਵੱਜੋ ਨਾਲ, ਤੁਰੰਤ ਪ੍ਰਭਾਵ ਨਾਲ ਐਡਰੈਸ ਕਰਨ ਲਈ ਕਿਉਂ ਨਹੀਂ ਕੁਝ ਹੋ ਰਿਹਾ? ਅੱਜ ਵੀ ਅਦਾਲਤ ਦੇ ਵਿੱਚ ਸਮਾਂ ਲੈ ਲਿਆ ਜਾਂਦਾ, ਅੱਜ ਵੀ ਐਸਆਈਟੀ ਲਗਭਗ ਹਫ਼ਤਿਆਂ ਬਾਅਦ ਕੋਈ ਨਾ ਕੋਈ ਐਕਟੀਵਿਟੀ ਕਰਦੀ ਹੈ। ਡੇ ਬਾਈ ਡੇ ਦੇ ਆਧਾਰ ਤੇ ਕੁਝ ਵੀ ਕਾਰਵਾਈਆਂ ਨਜ਼ਰ ਨਹੀਂ ਆਉਂਦੀਆਂ। ਜਿਸ ਦਿਨ ਕੋਈ ਐਕਸ਼ਨ ਹੁੰਦਾ ਲੱਗਦਾ ਹੈ, ਉਧਰੋਂ ਸਰਕਾਰੀ ਧਿਰ ਵੱਲੋਂ ਐਕਸ਼ਨ ਦੀ ਰਿਐਕਸ਼ਨ ਦੇ ਵਿੱਚ ਕੋਈ ਨਾ ਕੋਈ ਇਸ਼ਤਿਹਾਰ ਆ ਜਾਂਦਾ ਹੈ ਕਿ ਅਸੀਂ ਫਲਾਣੇ ਦਿਨ ਉੱਥੇ ਲੋਕਾਂ ਨੂੰ ਸੁਣਾਂਗੇ, ਅੱਜ ਫਲਾਣੇ ਪੋਲੀਟੀਕਲ ਬੰਦੇ ਨੂੰ ਸੱਦ ਲਿਆ, ਅੱਜ ਕਿਸੇ ਨੂੰ ਸੰਮਨ ਕਰ ਲਿਆ। ਤੁਹਾਨੂੰ ਲੱਗਦਾ ਹੈ ਕਿ ਇੱਕ ਵਾਰੀ ਫੇਰ ਇਹਨੂੰ ਅਗਲੀ 27 ਤੋਂ ਪਹਿਲਾਂ ਅਸੀਂ ਮੁੱਦੇ ਦੇ ਰੂਪ 'ਚ ਦੇਖਾਂਗੇ? 24 ਤੋਂ ਪਹਿਲਾਂ ਇੱਕ ਵਾਰੀ ਫਿਰ ਇਸ ਮੁੱਦੇ ਦੇ ਨਾਂ ਤੇ ਵੋਟਾਂ ਮਿਲ ਸਕਦੀਆਂ ਕਿਸੇ ਧਿਰ ਨੂੰ, ਕਿਸੇ ਨੂੰ ਨਕਾਰਿਆ ਜਾ ਸਕਦਾ ਹੈ? ਇਹਦੀ ਰਾਜਨੀਤੀ ਕਰਨ ਦੇ ਪਰਿਭਾਸ਼ਾ ਮੈਂ ਤੁਹਾਡੇ ਤੋਂ ਇੱਕ ਵਾਰੀ ਫਿਰ ਜਾਣਨਾ ਚਾਹੂੰਗਾ ਕਿ 15 ਤੋਂ ਹੁਣ ਤੱਕ ਕੀ ਬਦਲਿਆ ਤੇ ਕੀ ਨਹੀਂ ਬਦਲਿਆ? ਅਸਲ ਦੇ ਵਿੱਚ ਇਹ ਹੈ ਕਿ ਲਗਾਤਾਰ ਜਿਹੜੇ ਸਾਡੇ ਕੋਲ ਸਾਡਾ ਪੋਲੀਟੀਸ਼ੀਅਨ ਜਿਹੜਾ ਹੈ ਉਹ ਕੇਵਲ ਵੋਟ ਨੂੰ ਦੇਖਦਾ, ਇਹ ਤੋਂ ਬਿਨਾਂ ਦੇਖਣਾ ਛੱਡ ਗਿਆ, ਹਰ ਚੀਜ਼ ਦੇਖਣਾ ਛੱਡ ਗਿਆ, ਕੋਈ ਵੀ ਹੋਵੇ। ਔਰ ਜਦੋਂ ਮੁੱਦੇ ਉੱਭਰਦੇ ਨੇ, ਚਾਹੇ ਨਸ਼ੇ ਦਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਦਾ ਹੋਵੇ, ਚਾਹੇ ਉਹ ਕਤਲਾਂ ਦਾ ਹੋਵੇ, ਚਾਹੇ ਕਿਸਾਨਾਂ ਦੀਆਂ ਖੁਦਕਸ਼ੀਆਂ ਦਾ ਹੋਵੇ, ਚਾਹੇ ਉਹਨਾਂ ਦੇ ਕਰਜ਼ੇ ਦਾ ਹੋਵੇ, ਡਿਫਰੈਂਟ ਚੀਜ਼ਾਂ ਤੇ ਕੋਈ ਗੱਲ ਨਹੀਂ, ਕਦੇ ਵੀ ਕੋਈ ਗੱਲ ਅਪਰੋਚ ਨਹੀਂ ਹੁੰਦੀ ਕਿ ਉਹ ਵੋਟਾਂ ਦੇ ਨੇੜੇ ਆ ਕੇ ਉਹਨੂੰ ਲੱਗਦਾ ਕਿ ਆਪਾਂ ਨੂੰ ਇਹ ਦੇਖਣਾ ਚਾਹੀਦਾ। ਜਿਵੇਂ ਇਹ ਮਾਮਲਾ ਖਾਸ ਤੌਰ ਤੇ ਇਹ ਧਾਰਮਿਕ ਸੈਂਟੀਮੈਂਟ ਦਾ ਮਾਮਲਾ ਹੈ, ਜਜ਼ਬਾਤ ਦਾ ਮਾਮਲਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ ਹੈ ਔਰ ਲਗਾਤਾਰ ਪਹਿਲਾਂ ਸੁਚੇਤੇ ਨਹੀਂ, ਜਦੋਂ ਛੋਟਾ ਸੀ ਮਾਮਲਾ ਔਰ ਲੋਕ ਇਹ ਚਿਤਾਉਂਦੇ ਰਹੇ ਨੇ ਕਿ 1 ਜੂਨ ਬੁਰਜਵਾਰ ਸਿੰਘ ਵਾਲਾ ਸੀ, 5 ਤਰੀਕ ਨੂੰ ਉਹ ਅਲਟੀਮੇਟਮ ਦਿੰਦੇ ਨੇ ਥੋੜੇ ਬੰਦੇ, 11 ਤਰੀਕ ਨੂੰ ਇੱਕ ਇਕੱਠ ਹੁੰਦਾ, ਥਾਣਾ ਘੇਰਦੇ ਨੇ ਤੇ 11 ਤਰੀਕ ਨੂੰ ਉਹਨਾਂ ਤੇ ਲਾਠੀ ਚਾਰਜ ਹੋ ਜਾਂਦਾ, 17 ਬੰਦੇ ਸੀਰੀਅਸਲੀ ਫੱਟੜ ਹੁੰਦੇ ਨੇ ਉਸ ਲਾਠੀ ਚਾਰਜ 'ਚ। ਉਹ ਅਕਾਲੀ ਬੀਜੇਪੀ ਸਰਕਾਰ ਦਾ ਦੌਰ ਹੈ, ਉਹਦੇ ਪੈਰਲਲ ਦੌਰ ਇਹ ਚੱਲ ਰਿਹਾ, ਨਾਲ ਪੈਰਲਲ ਦੌਰ ਚੱਲ ਰਿਹਾ ਰਾਮ ਰਹੀਮ ਦੀ ਮਾਫੀ ਦਾ, 2 ਦੌਰ ਉਹਦੇ 'ਚ ਚੱਲੇ, ਕਿਉਂਕਿ ਅਕਾਲੀ ਦਲ ਨੂੰ ਸ਼ਾਇਦ ਇਹ ਮਹਿਸੂਸ ਹੋ ਰਿਹਾ ਸੀ ਉਸ ਸਮੇਂ ਤੱਕ ਕਿ ਪੰਥਕ ਵੋਟ ਤਾਂ ਆਪਣੀ ਹੈਗੀ ਉਹ ਹੈ, ਜਿਹੜੀ ਇਹ ਤਾਂ ਪੱਕੀ ਹੈ ਤੇ ਨਾਲ ਉਹ ਜੁੜ ਜਾਏਗੀ, ਤਾਂ ਉਹ ਜੁੜਨ ਨਾਲ ਇੱਧਰ ਉੱਧਰ ਸ਼ਾਇਦ ਇਹ ਸਾਰਾ ਕੰਮ ਹੋ ਜੇ ਕੁਛ ਨਾ ਕੁਛ। ਤੇ ਜੇ ਉਹ ਨਹੀਂ ਸਰਚ ਉਸ ਲੈਵਲ ਤੇ ਹੋਈ, ਉਸ ਲੈਵਲ ਤੇ ਇਹ ਜਿਹੜੇ ਘਟਨਾਵਾਂ 'ਚ ਰੁਕ ਜਾਂਦੀ ਆ, ਤਾਂ ਉਦੋਂ ਬਾਅਦ ਲਗਾਤਾਰ ਜਿਹੜੀਆਂ ਚੱਲੀਆਂ ਨੇ ਉਹ ਉਸੇ ਪੱਧਰ ਦੀ ਰਾਜਨੀਤੀ ਦਾ ਇੱਕ ਹਿੱਸਾ ਬਣ ਗਿਆ। ਟੋਟਲ ਰਾਜਨੀਤੀ ਕੀਤੀ ਸਾਡੇ ਪੋਲੀਟੀਸ਼ੀਅਨ ਨੇ, ਕਦੇ ਬਾਕੀਆਂ ਨੇ ਕੀਤੀ। ਜਦੋਂ ਇਹ ਕੰਮ ਚੱਲ ਪਿਆ, ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਨੇਤਾ ਸੀ, ਉਹਨਾਂ ਨੇ ਕਿਹਾ ਅਕਾਲੀ ਦਲ ਨੂੰ ਅਸਤੀਫਾ ਦੇਣਾ ਚਾਹੀਦਾ ਤੇ ਚੀਫ ਮਿਨਿਸਟਰ ਨੂੰ। ਫਿਰ ਤੁਹਾਡੇ ਯਾਦ ਹੋਣਾ ਕਿ ਕਾਂਗਰਸ ਦੇ ਐਮਐਲਏ ਸੀ ਮਾਝੇ ਤੋਂ ਹੀ, ਉਹਨਾਂ ਨੇ ਅਸਤੀਫਾ ਦੇਤਾ। ਗੁਰੂ ਜਾ ਕੇ ਕਹਿੰਦੇ ਆਪਾਂ ਤਾਂ ਜੀ ਅਸਤੀਫਾ ਦੇਤਾ ਕਿਉਂਕਿ ਰੋਸ ਚ, ਔਰ ਉੱਥੇ ਜਾ ਕੇ ਬੈਠੇ ਆਪਾਂ ਤਾਂ ਬਾਈ ਇਲੈਕਸ਼ਨ ਹੋ ਜਾਏ ਚਾਹੇ ਜੋ ਮਰਜ਼ੀ ਹੋ ਜਾਏ। ਔਰ ਫਿਰ ਰਮਨਜੀਤ ਸਿੰਘ ਸਿੱਕੀ ਖਡੂਰ ਸਾਹਿਬ ਤੋਂ ਜੀ, ਹਾਂ ਰਮਨਜੀਤ ਸਿੰਘ ਸਿੱਕੀ, ਤੇ ਉਦੋਂ ਬਾਅਦ ਲਗਾਤਾਰ ਇੱਕ ਦੌਰ ਬਣਿਆ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਲੀਡਰ, ਅਕਾਲੀ ਦਲ ਤੋਂ ਤੇ ਸ਼੍ਰੋਮਣੀ ਕਮੇਟੀ ਤੋਂ ਅਸਤੀਫੇ ਦੇਣੇ ਸ਼ੁਰੂ ਹੋਏ। ਭੌਰ ਹੋਣੀ ਵੀ ਉਹਨਾਂ ਦੇ ਵਿੱਚ ਉਦੋਂ ਸੀ, ਕਈ ਹੋਰ ਬੰਦੇ ਵੀ। ਇੱਕ ਦੌਰ ਚੱਲਿਆ, ਇਹ ਪੋਲੀਟੀਕਲ ਹਲਚਲ ਸੀ ਜਿਹੜੇ ਬਾਕੀ ਦੇ ਨਾਲ ਇਹ ਸਾਰਾ ਮਾਮਲਾ ਹੁੰਦਾ। ਔਰ ਇਸੇ ਕਰਕੇ ਫਿਰ ਜਦੋਂ ਇਹ ਵਾਪਰਦਾ ਨਾ ਘਟਨਾਕ੍ਰਮ, ਗੋਲੀ ਦਾ ਘਟਨਾਕ੍ਰਮ ਵਾਪਰਦਾ 14 ਅਕਤੂਬਰ ਨੂੰ ਜਦੋਂ ਉਹ ਧਰਨਾ ਦੇ ਰਹੇ ਹੁੰਦੇ ਨੇ, ਉਦੋਂ ਬਾਅਦ 16 ਨੂੰ ਵਾਪਰਦਾ, 18 ਨੂੰ ਜਾ ਕੇ ਜਥੇਦਾਰ ਅਕਾਲ ਤਖਤ ਵਾਪਸ ਲੈ ਲੈਂਦਾ, ਮਾਫੀ ਮੂਫੀ ਵੀ ਜਿਹੜੀ ਰਾਮ ਰਹੀਮ ਵਾਲੀ ਉਹਨੂੰ ਐਲਾਨ ਕਰਨਾ ਪੈਂਦਾ, ਕਿਉਂਕਿ ਇਹ ਮਜਬੂਰੀਆਂ ਦਾ ਨਾਂ ਹੈ, ਨਾ ਕਿ ਤੁਸੀਂ ਕਿਸੇ ਸੋਚੋ ਨਹੀਂ, ਨਾ ਕਿਸੇ ਹੋਚੋ, ਨਾ ਉਤੇ ਸਟੈਂਡ ਪਹਿਲਾਂ ਕੀਤਾ ਤੁਸੀਂ ਉਸ ਮਾਮਲੇ। ਇੱਕ ਗੱਲ ਘੱਟੋ ਘੱਟ ਅਜੇ ਤੱਕ ਕਲੀਅਰ ਨਹੀਂ ਹੋ ਰਹੀ, ਜੇ ਸਿਆਸੀ ਤੌਰ ਤੇ ਇਹਦਾ ਹੱਲ ਕਰਨਾ ਮੇਰੇ ਖਿਆਲ ਹੈ ਤੇ ਧਾਰਮਿਕ ਤੌਰ ਤੇ ਉਸੇ ਜਿਹੜੀ ਚੀਫ ਮਿਨਿਸਟਰ ਦੇ ਘਰ ਮੀਟਿੰਗ ਹੋਈ, ਜਥੇਦਾਰ ਗੁਰਮੁਖ ਸਿੰਘ ਨੇ ਬਾਹਰ ਆ ਕੇ ਔਨ ਰਿਕਾਰਡ ਮੀਡੀਆ ਤੇ ਕਿਹਾ ਕਿ ਸਾਨੂੰ ਉੱਥੋਂ ਦਾ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਨੂੰ ਜ਼ਬਰਦਸਤੀ ਉੱਥੇ ਸੱਦਿਆ ਤੇ ਇਹ ਮਾਫੀਨਾਮਾ ਜਿਹੜਾ ਕਰਾਇਆ ਗਿਆ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਜਿੰਦਾ ਬਾਰ ਵੀ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੇ ਕਿਹਾ ਕਿ ਜਥੇਦਾਰ ਝੂਠ ਬੋਲਦਾ। ਦੋਨੋਂ ਜਿੰਦਾ ਨੇ, ਜਦੋਂ ਕੋਈ ਇੰਨਾ ਲੰਮਾ ਸਬੂਤ ਦੀ ਲੋੜ ਕੀ ਹੈ, ਦੋਨਾਂ ਤੋਂ ਪੁੱਛਿਆ ਨਹੀਂ ਜਾ ਸਕਦਾ ਗੱਲ ਕੀ ਸੀ। ਦੋਨਾਂ ਦਾ ਕੋਈ ਜਵਾਬ ਦੇ ਹੀ ਨਹੀਂ। ਅਕਾਲ ਤਖਤ ਪੁੱਛ ਲੇ, ਅਦਾਲਤ ਇਨਵੈਸਟੀਗੇਸ਼ਨ ਟੀਮ ਪੁੱਛ ਲੇ, ਬਾਕੀ ਦੀਆਂ ਚੀਜ਼ਾਂ ਪੁੱਛ, ਇਹ ਤੇ ਖਾਮੋਸ਼ੀ ਕਿਉਂ ਹੈ? ਇਹ ਐਡੀ ਵੱਡੀ ਘਟਨਾ, ਐਡੇ ਵੱਡੇ ਐਵੀਡੈਂਸ ਤੇ ਅੱਜ ਤੱਕ ਕਿਉਂ ਨਹੀਂ ਗੱਲ ਅੱਗੇ ਕਦੋਂ ਖੁੱਲੀ?
ਮਤਲਬ ਲੋਕ ਜਾਣਨਾ ਚਾਹੁੰਦੇ ਨੇ ਕੀ ਹੈ। ਔਰ ਗੁਰਮੁਖ ਸਿੰਘ ਨੂੰ ਚੱਕ ਕੇ ਹਰਿਆਣੇ ਬਦਲਤਾ, ਜਦ ਉਹਦੇ ਨਾਲ ਵੀ ਗੱਲ ਠੀਕ ਹੋ ਗਈ ਤੇ ਉਦੋਂ ਬਾਅਦ ਲਿਆ ਕੇ ਇੱਥੇ ਫਿਰ ਦੁਬਾਰਾ ਗ੍ਰਾਂਥੀ ਦੇ ਤੌਰ ਤੇ ਵਾਪਸ ਆ ਗਏ। ਜਥੇਦਾਰ ਤਾਂ ਨਹੀਂ ਲਾਇਆ ਮੁੜ ਕੇ, ਚਾਹੇ ਉਸ ਸਾਰੇ ਮਾਮਲੇ ਦੇ ਵਿੱਚ। ਇਹ ਜਿਹੜਾ ਇੱਕ ਦੌਰ ਸੀ ਕ੍ਰਸ਼ ਕਰ ਦੇਣ ਦਾ, ਦਬਾ ਦੇਣ ਦਾ ਚੀਜ਼ਾਂ ਨੂੰ, ਚੀਜ਼ ਕਲੀਅਰ ਨਾ ਹੋਵੇ ਕਿਸੇ ਵੀ ਟਾਈਪ ਦੀ। ਹੁਣ ਪਰਸੈਪਸ਼ਨ ਗੇਮ ਇਦੋਂ ਜ਼ਿਆਦਾ ਹੁੰਦੀ ਹੈ, ਕਈ ਵਾਰ ਰਿਐਲਿਟੀ ਨਾਲੋਂ ਪਰਸੈਪਸ਼ਨ ਜ਼ਿਆਦਾ ਕੰਮ ਕਰਦੀ ਹੈ। ਜੋ ਮਰਜ਼ੀ ਹੈ ਹਕੀਕਤ ਦੇ ਤੌਰ ਤੇ ਜੇ ਦੇਖਿਆ ਜਾਵੇ, ਲੋਕ ਅਕਾਲੀ ਦਲ ਨੂੰ, ਅਕਾਲੀ ਬੀਜੇਪੀ ਜੁਆਇੰਟ ਸਰਕਾਰ ਸੀ ਪਰ ਬੀਜੇਪੀ ਦਾ ਨਾਮ ਕੋਈ ਨਹੀਂ ਲੈਂਦਾ, ਕਿਉਂਕਿ ਉਹ ਅਕਾਲੀਆਂ ਤੋਂ ਉਮੀਦ ਕਰਦੇ ਨੇ, ਬੀਜੇਪੀ ਤੋਂ ਉਮੀਦ ਨਹੀਂ ਸੀ ਕਰਦੇ ਉਸ ਲੈਵਲ ਦੇ ਕਿ ਤੁਹਾਡੇ ਰਾਜ 'ਚ ਸਾਰਾ ਕੁਝ ਹੋਇਆ, ਤੁਸੀਂ ਦੋਸ਼ੀ ਹੋ, ਪੋਲੀਟੀਕਲ ਦੋਸ਼ੀ ਹੋ। ਹੁਣ ਇਹ 'ਚ ਕਾਨੂੰਨ 'ਚ ਸਜ਼ਾ ਉਧਰੋਂ ਮਿਲੇ ਨਾ ਮਿਲੇ, ਬਾਕੀ ਤਾਂ ਸਾਰੇ ਇਹੀ ਕਹਿੰਦੇ ਸੀ ਨਾ। ਜਦੋਂ ਕਾਂਗਰਸ ਸੱਤਾ 'ਚ ਆਈ ਉਹ ਵੀ ਕਹਿੰਦੇ ਸੀ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਅੰਦਰ ਕਰ ਦਾਂਗੇ। ਕੁਮਰ ਵਿਜੇ ਪ੍ਰਤਾਪ ਵੀ ਇਹ ਕਹਿ ਰਿਹਾ, ਉਹ ਕਹਿ ਰਿਹਾ ਜੀ ਮੇਰੀ ਰਿਪੋਰਟ 'ਚ ਨਵੀਂ ਜਾਂਚ ਦੀ ਗੱਲ ਹੀ ਨਹੀਂ ਸੀ, ਤਾਂ ਉਹਨੂੰ ਹੀ ਲੈ ਕੇ ਅਸੀਂ ਜਾ ਸਕਦੇ ਸੀ। ਹਾਲਾਂਕਿ ਉਹ ਵੀ ਇਹ ਨਹੀਂ ਦੱਸ ਰਿਹਾ ਕਿ ਤੁਹਾਡੀ ਹਾਈ ਕੋਰਟ ਨੇ ਰੱਦ ਕਰਤੀ, ਕਿਹੜੇ ਉਹ ਪੁਆਇੰਟ ਨੇ ਜਿਨ੍ਹਾਂ ਕਰਕੇ ਰੱਦ ਕੀਤੀ, ਫਿਰ ਅੱਗੇ ਤੁਸੀਂ ਚਲੇ ਜਾਂਦੇ ਜਾਂ ਤੁਹਾਡੀ ਆਹ ਸਰਕਾਰ ਚਲੀ ਜਾਂਦੀ। ਜੇਕਰ ਕੋਈ ਨਹੀਂ ਜਾ ਰਿਹਾ ਉਹਦਾ ਕੀ ਆਧਾਰ ਹੈ ਉਸ ਪੱਧਰ ਦੇ ਉੱਤੇ। ਉਹਦੇ ਤੇ ਪੋਲਿਟਿਕਸ ਹੁੰਦੀ ਹੈ, ਪਰਸੈਪਸ਼ਨ ਗੇਮ। ਅਕਾਲੀ ਦਲ ਖਾਮੋਸ਼ ਆ ਉਸੇ ਤਰੀਕੇ ਨਾਲ ਕਿ ਸਾਡੇ ਖਿਲਾਫ ਗਲਤ ਕਾਰਵਾਈ ਹੋਈ, ਮਤਲਬ ਪ੍ਰਭਾਵ ਪੈਦਾ ਕੀਤਾ ਗਿਆ ਰਲ ਮਿਲ ਕੇ, ਪਰਸੈਪਸ਼ਨ ਗਲਤ ਬਣਾਤੀ ਹੈ, ਅਸੀਂ ਤਾਂ ਸੱਚੇ ਆ। ਇਹੋ ਜਿਹੇ ਮਾਹੌਲ 'ਚ ਪੋਲਿਟਿਕਸ ਕਿਵੇਂ ਠੀਕ ਹੋ ਜਾਏਗੀ? ਮੋਰਚੇ ਲੱਗੇ ਨੇ ਅੱਜ, ਇਹ ਪ੍ਰਾਈਮ ਮੁੱਦਾ ਹੈ ਨਾ, ਚਾਹੇ ਇੱਥੇ ਬੈਠਿਆਂ ਦਾ, ਚਾਹੇ ਉਹ ਬਹਿਬਲ ਲਗਾਤਾਰ ਚੱਲ ਰਿਹਾ ਮੋਰਚਾ। ਔਰ ਇਦੋਂ ਪਹਿਲਾਂ ਵੀ ਲੱਗਿਆ ਸੀ ਮੋਰਚਾ, ਜਿਹੜਾ ਅਮਰਿੰਦਰ ਸਿੰਘ ਦੇ 3 ਮਿਨਿਸਟਰਾਂ ਨੇ ਜਾ ਕੇ ਇੱਕ ਵਾਰ ਉਠਾ ਦਿੱਤਾ ਗਿਆ। ਲੀਡਰਸ਼ਿਪ ਤੇ ਲੋਕ ਸਵਾਲ ਉਠਾਉਂਦੇ ਨੇ ਕਿ ਲੀਡਰਸ਼ਿਪ ਪਤਾ ਨਹੀਂ ਕੀ ਗਿੱਟ ਬਿੱਟ ਕਰਕੇ ਉੱਠ ਗਈ। ਦੁਬਾਰਾ ਫਿਰ ਜਦੋਂ ਮੋਰਚਾ ਲੱਗਦਾ ਤੁਸੀਂ ਦੇਖੋ ਕਿ ਹਜ਼ਾਰਾਂ ਦੀ ਤਾਦਾਦ 'ਚ ਲੋਕ ਫਿਰ ਆਉਂਦੇ ਨੇ। ਇੱਕ ਨਵੀਂ ਗੱਲ ਉਦੋਂ ਜ਼ਿਆਦਾ ਐਡੀਸ਼ਨਲ ਹੋਈ ਹੈ ਇਹਦੇ 'ਚ। ਐਡੀਸ਼ਨਲ ਗੱਲ ਇਹ ਹੋ ਗਈ ਸਗੋਂ ਪੋਲੀਟੀਕਲੀ ਵੀ, ਜੇ ਦੇਖਿਆ ਜਾਏ, ਜੇ ਪਾਰਟੀਆਂ ਮਹਿਸੂਸ ਕਰਨ, ਪਹਿਲੀ ਵਾਰ ਹੈ ਜਦੋਂ ਤਾਂ ਇਦੋਂ ਪਹਿਲਾਂ ਚੱਲ ਰਹੇ ਸੀ ਮੋਰਚੇ, ਕਿਸਾਨ ਰੇਲਾਂ ਤੇ ਬੈਠੇ ਸੀ, ਰੇਲਵੇ ਲਾਈਨਾਂ ਤੇ ਦੂਜੇ ਪਾਸੇ ਮੈਸੇਂਜਰ ਆਫ ਗਾਡ ਨੂੰ ਲਵਾਉਣ ਦੇ ਲਈ ਪੁਲਿਸ ਕਿਸਾਨਾਂ ਤੇ ਲਾਠੀ ਚਾਰਜ ਕਰਦੀ ਸੀ, ਤੇ ਉਧਰ ਅੰਦਰ ਬਾੜ ਰਹੀ ਸੀ ਬੰਦੇ ਕਿ ਦੇਖੋ ਜ਼ਰੂਰ। ਤੇ ਉਦੋਂ ਬਾਅਦ ਲੋਕ ਇਹ ਵੀ ਕਹਿੰਦੇ ਸੀ ਕਿ ਕਿਸਾਨ ਮੂਵਮੈਂਟ ਨੂੰ ਸ਼ਾਇਦ ਕ੍ਰਸ਼ ਕਰ ਲਈਏ, ਕੀਤਾ ਗਿਆ। ਅੱਜ ਕਿਸਾਨ ਆ ਰਹੇ ਨੇ, SKM ਹੋਵੇ, ਗੈਰ ਰਾਜਨੀਤਿਕ SKM ਹੋਵੇ, ਸਾਰੇ ਬੰਦੇ। ਕੱਲ ਡਾਕਟਰ ਕ੍ਰਾਂਤੀਕਾਰੀ ਵਾਲੇ ਡਾਕਟਰ ਦਰਸ਼ਨਪਾਲ ਸੀ, ਉਦੋਂ ਪਹਿਲਾਂ ਉਹ ਚਾਹੇ ਖੱਬਿਆਂ ਦੀ ਸੀ, ਸੱਜਿਆਂ ਦੀ ਸੀ, ਜਿਹਦੀ ਮਰਜ਼ੀ ਕਿਸਾਨੀ ਹੈ। ਕਿਸਾਨੀ ਡਾਇਰੈਕਟਲੀ ਆਏ ਜੇ ਯੂਨੀਅਨ, ਵੈਸੇ ਤਾਂ ਲੋਕ ਕਹਿੰਦੇ ਸੀ ਕਿਸਾਨ ਵੀ ਉਹੀ ਨੇ, ਪੰਥ ਵੀ ਉਹੀ, ਸਿੱਖ ਵੀ ਉਹੀ ਨੇ ਮੈਜੋਰਿਟੀ, ਪਰ ਐਜ ਏ ਯੂਨੀਅਨ ਆਉਣਾ, ਐਜ ਏ ਲੈਫਟ ਵਿਚਾਰਧਾਰਾ ਵੀ ਇਹ 'ਚ ਇਨਵੋਲਵ ਹੋਣ ਜਾਣਾ ਇਸ ਮੁੱਦੇ ਦੇ ਵਿੱਚ, ਇਨਸਾਫ ਦੇ ਮੁੱਦੇ ਦੇ ਵਿੱਚ, ਤਾਂ ਇਹ ਪੋਲੀਟੀਕਲੀ ਸਰਵਾਈਵਲ ਇਹਦਾ ਪਹਿਲਾਂ ਨਾਲੋਂ ਵੀ ਪੁਖਤਾ ਢੰਗ ਨਾਲ ਮੇਰਾ ਖਿਆਲ ਹੈ ਬਣਿਆ ਹੋਇਆ। ਇਹ ਜਾਣ ਵਾਲਾ ਮੁੱਦਾ ਨਹੀਂ ਹੈ ਸਿਆਸਤ ਦੇ ਉਸ ਮਾਮਲੇ ਤੋਂ, ਜੇਕਰ ਇਹਦਾ ਕੋਈ ਕਲੋਜ਼ਰ ਨਾ ਹੋਇਆ, ਕਿਉਂਕਿ ਜੇ ਓਪਨ ਛੱਡ ਕੇ ਰੱਖਿਆ ਤਾਂ ਉਸੇ ਤਰੀਕੇ ਨਾਲ ਨਹੀਂ ਚੱਲ ਸਕੇ। ਸਰਦਾਰ ਜਸਪਾਲ ਸਿੰਘ ਜੀ, ਆਪਾਂ ਇਸ ਮਾਮਲੇ 'ਚ ਅਕਾਲੀ ਦਲ ਨੂੰ ਤਾਂ ਸਜ਼ਾ ਮਿਲ ਗਈ ਸਮਝਦੇ ਆ ਕਿ ਉਹਨਾਂ ਨੂੰ ਸੱਤਾ ਤੋਂ ਬਾਹਰ ਹੀ ਨਹੀਂ ਹੋਣਾ ਪਿਆ, ਆਪਣੇ ਦੌਰ ਦੀ ਸਭ ਤੋਂ ਬੁਰੀ ਹਾਰ ਚੋਂ ਲੰਘਣਾ ਪਿਆ, ਲੋਕਾਂ ਦੀ ਪ੍ਰਵਾਨਗੀ ਚਲੇ ਗਈ। ਇੱਕ ਤਰ੍ਹਾਂ ਨਾਲ ਸਭ ਤੋਂ ਵੱਡਾ ਹੁਣ ਤੱਕ ਦਾ ਸੈਟਬੈਕ ਅਕਾਲੀ ਪੋਲਿਟਿਕਸ ਨੇ ਝੇਲ ਲਿਆ, ਤੇ ਕੈਪਟਨ ਅਮਰਿੰਦਰ ਸਿੰਘ ਵੀ ਇਹਦੀ ਭੇਂਟ ਹੋ ਗਏ ਕਿ ਇਹ ਰਲੇ ਹੋਏ ਆ ਜੀ। ਹੁਣ ਇਹਦੇ ਵਿੱਚ ਕੀ ਆ ਕੀ ਨਹੀਂ, ਇਹਦੇ ਉੱਤੇ ਕੋਈ ਨਹੀਂ ਜਾਂਦਾ। ਇੱਕ ਰੌਲਾ, ਇੱਕ ਗੱਲ ਸਾਫ਼ ਹੋ ਗਈ, ਇਹ ਰਲੇ ਹੋਏ। ਹੁਣ ਦੀ ਸਰਕਾਰ ਜਿਹੜੀ ਪੰਥਕ ਮੁੱਦਿਆਂ ਤੋਂ ਲਗਭਗ ਕੋਰੀ ਮੰਨੀ ਜਾਂਦੀ ਹੈ ਕਿ ਇਹਨਾਂ ਨੂੰ ਉਨੀ ਸਮਝ ਹੈ ਨਹੀਂ, ਇਹ ਮੁੱਦਿਆਂ ਨੂੰ ਸਤਹੀ ਪੱਧਰ ਤੇ ਐਡਰੈਸ ਕਰਦੇ ਆ, ਬਾਰ-ਬਾਰ ਨਿਕਲ ਜਾਂਦੇ ਆ। ਇਹ ਇਹਨਾਂ ਮੇਨ ਮੁੱਦਿਆਂ ਦੀ ਸੰਜੀਦਗੀ ਤੱਕ ਪਹੁੰਚਦੇ ਹੀ ਨਹੀਂ, ਉਹਨਾਂ ਦੀ ਤਹਿ ਤੱਕ ਜਾਣ ਦੀ ਸ਼ਾਇਦ ਸਮਝ ਨਹੀਂ ਰੱਖਦੇ, ਇਹ ਮੰਨਿਆ ਜਾਂਦਾ। ਤੇ ਹੁਣ ਇਹ ਐਡਰੈਸ ਕਿਵੇਂ ਕਰ ਲੈਣਗੇ? ਜੇ ਇਹ ਐਡਰੈਸ ਨਹੀਂ ਕਰ ਪਾਉਂਦੇ, ਮੰਨ ਲਓ ਜੇਕਰ ਇਹ ਸਿਰਫ ਪੁਲਿਸ ਕੇਸ ਵਾਂਗ ਇਹਨੂੰ ਲੈ ਕੇ ਚੱਲਦੇ ਆ, ਜੇ ਇਹ ਕਿਸੇ ਲੌਜੀਕਲ ਐਂਡ ਤੱਕ ਨਹੀਂ ਪਹੁੰਚਦਾ, ਤੇ ਹੁਣ ਇਹਦੇ ਅਗਲੇ ਸਿਆਸੀ ਨੁਕਸਾਨ, ਇਹਦੇ ਸੱਤਾ ਦੇ ਨੁਕਸਾਨ, ਸਮਾਜਿਕ ਨੁਕਸਾਨ ਕੀ ਵੇਖ ਰਹੇ ਹੋ? ਹੁਣ ਇਹਦਾ ਮੋੜ ਅਗਲਾ ਕਿਹੜਾ ਹੈ? ਦੇਖੋ, ਜਿਹੜਾ ਹਰਮੀਤ ਸਿੰਘ ਨੇ ਇਹ ਸਾਰਾ ਡਿਟੇਲ ਦਿੱਤਾ ਵੀ ਪੋਲੀਟੀਕਲ ਮੁੱਦਾ ਇਹ, ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਇਹ ਜਿਹੜਾ ਵੋਟ ਬੈਂਕ ਦਾ ਮਸਲਾ ਹੈ, ਇਹ ਬੇਅਦਬੀਆਂ ਇੱਕ ਵੋਟ ਬੈਂਕ ਖੜਾ ਕਰਨ ਲਈ ਬਣਾਈਆਂ ਕੀਤੀਆਂ ਗਈਆਂ, ਕਰਵਾਈਆਂ ਗਈਆਂ। ਇਹਦੇ ਪਿੱਛੇ ਜਿਹੜੀ ਫੋਰਸਿਸ ਸੀ ਸਾਰੀ ਵੋਟ ਬੈਂਕ ਕੈਲਕੂਲੇਸ਼ਨ, ਗਿਣਤੀਆਂ ਮਿਣਤੀਆਂ ਚੋਂ ਸੀ, ਵੋਟ ਬੈਂਕ ਦੀਆਂ ਹੀ ਗਿਣਤੀਆਂ ਮਿਣਤੀਆਂ, ਜਿਹਦੇ ਕਰਕੇ ਐਕਸ਼ਨ ਅੱਜ ਤੱਕ ਨਹੀਂ ਲਿਆ। ਨਾ
ਅਕਾਲੀ ਦਲ ਨੇ ਲਿਆ, ਨਾ ਕਾਂਗਰਸ ਨੇ ਵੀ ਲਿਆ, ਤੇ ਹੁਣ ਵਾਲੇ ਵੀ ਨਹੀਂ ਲੈ ਰਹੇ, ਕਿਉਂਕਿ ਇਹ ਇਸ ਕਿਸਮ ਦਾ ਟਿਕਲਿਸ਼, ਇਸ ਕਿਸਮ ਦਾ ਨਾਜ਼ੁਕ ਮਸਲਾ ਹੈ। ਜੇ ਇੱਕ ਧਿਰ ਦਾ ਮਸਲਾ ਇੱਕ ਧਿਰ ਦੇ ਹੱਕ 'ਚ ਲੱਗਿਆ ਲੋਕਾਂ ਨੂੰ ਦਿੰਦਾ, ਤਾਂ ਦੂਜੀ ਧਿਰ ਉਸ ਤੋਂ ਖਫਾ ਹੋ ਸਕਦੀ ਹੈ। ਇੰਨਾ ਸੈਂਸੀਟਿਵ ਧਾਰਮਿਕ ਮਸਲਾ ਹੈ। ਇਸ ਕਰਕੇ ਮੈਂ ਇਹਨੂੰ ਸਪਸ਼ਟ ਲੈਵਲ ਤੇ ਇਹ ਸਮਝਦਾ ਵੀ ਇਹ ਪੂਰੀ ਗਿਣਤੀ ਮਿੰਤੀ ਜਦੋਂ ਸਾਡੀ ਪੋਲਿਟਿਕਸ ਦੇ ਵਿੱਚ ਵੋਟ ਬੈਂਕ ਖੜਾ ਕਰਨ ਦੀ ਤੇ ਵੰਡ ਕੇ ਸਮਾਜ ਨੂੰ ਉਹਦੇ ਟੁਕੜਿਆਂ 'ਚ ਖੰਡਿਤ ਕਰਕੇ ਤੇ ਫਿਰ ਉਹਦੇ 'ਚੋਂ ਵੋਟ ਪ੍ਰਾਪਤ ਕਰਨ ਦੀਆਂ ਜਿਹੜੀਆਂ ਕੰਪਨੀਆਂ ਦਾ ਪ੍ਰਸ਼ਾਂਤ ਵਰਗਿਆਂ ਦਾ ਜਿਹੜਾ ਪ੍ਰੋਸੈਸ ਚੱਲਿਆ ਪਿਛਲੇ 10-15 ਸਾਲ ਤੋਂ, ਇਹ ਉਸੇ ਦੀ ਭੇਟ ਹੈ, ਉਸੇ 'ਚੋਂ ਨਿਕਲਿਆ, ਉਸੇ 'ਚੋਂ ਇਹ ਇਲੈਕਸ਼ਨ ਲੈ ਨਹੀਂ ਸਕਦੇ। 2007 ਵਿੱਚ ਸਵਾਂਗ ਵੀ ਉਸੇ ਕਰਕੇ ਰਚਾਇਆ ਗਿਆ। ਅਕਾਲੀ ਦਲ ਨੂੰ ਬੜੀ ਵੱਡੀ ਉਸ ਵੇਲੇ ਦੀ ਸੱਟ ਲੱਗੀ ਜਦੋਂ ਉਹਨਾਂ ਨੇ ਪੈਟਰਨਾਈਜ਼ ਕਰਨਾ ਸ਼ੁਰੂ ਕੀਤਾ ਸਰਸੇ ਵਾਲਿਆਂ ਨੂੰ। ਉਹ ਕਰਨਾ ਸ਼ੁਰੂ ਕੀਤਾ ਵੀ ਜਦੋਂ ਉਹਨਾਂ ਨੂੰ ਲੱਗਿਆ ਮਾਲਵੇ ਦੀਆਂ 69 MLA ਉਹਦੇ ਚੋਂ ਇਹਨਾਂ ਨੂੰ ਸਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਮਗਰੋਂ ਸਿਰਫ ਇਹਨਾਂ ਨੂੰ 25 ਸੀਟਾਂ ਮਿਲੀਆਂ ਸੀ ਅਕਾਲੀ ਦਲ ਨੂੰ, ਤੇ ਬਹੁਤੀਆਂ ਸਾਰੀਆਂ ਫਿਰ ਕੈਪਟਨ ਅਮਰਿੰਦਰ ਸਿੰਘ ਲੈ ਗਿਆ ਸੀ। ਇਹਨਾਂ ਨੂੰ ਲੱਗਿਆ ਵੀ ਆਹ ਕੀ ਗੱਲ ਹੈ। ਉਹਦੇ ਵਿੱਚੋਂ ਫਿਰ ਇਹ ਸਾਰਾ ਪੈਟਰਨਾਈਜੇਸ਼ਨ, ਇਹ ਸਾਰੀ ਗੱਲ ਚੱਲੀ ਤੇ ਡਿਵੀਜ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ। ਇਸੇ ਕਰਕੇ ਜਿਹੜੀ ਹਰਬੀਰ ਸਿੰਘ ਹੋਰਾਂ ਨੇ ਪਹਿਲਾਂ ਵੀ ਕਿਹਾ ਵੀ 12 ਦੀ ਇਲੈਕਸ਼ਨ ਤੋਂ ਬਾਅਦ ਫਿਰ ਜਿਹੜਾ ਬਠਿੰਡੇ ਤੋਂ ਕੇਸ ਦਰਜ ਕਰਵਾਇਆ ਸੀ ਅਕਾਲੀ ਦਲ ਦੇ ਵਰਕਰ ਦੇ ਰਾਹੀਂ, ਉਹ ਵਿਡਰਾ ਕਰ ਲਿਆ ਗਿਆ ਜੀ। ਇਹ ਵੀ ਇਸੇ ਕਰਕੇ ਸਾਰਾ, ਇਸੇ ਕਰਕੇ ਫਿਰ ਇਹਨਾਂ ਨੇ ਸੋਚਿਆ ਵੀ ਚੱਬੇ ਤੇ ਸਰਬੱਤ ਖਾਲਸੇ ਨੂੰ ਅਸੀਂ ਮੈਨੇਜ ਕਰਕੇ ਤੇ ਹੋਰ 2-3 ਗੱਲਾਂ ਮੈਨੇਜ ਕਰਕੇ ਤੇ ਅਸੀਂ ਇਹ ਸਾਰੀ ਗੱਲ ਨੂੰ 2015 ਨਵੰਬਰ 'ਚ ਹੀ ਅਸੀਂ ਸਮੇਟ ਲਿਆ ਤੇ ਕੰਟਰੋਲ ਕਰ ਲਿਆ। ਇਸ ਕਰਕੇ ਜਸਟਿਸ ਜੋਰਾ ਸਿੰਘ ਦੀ ਰਿਪੋਰਟ ਦੀ ਪਰਵਾਹ ਹੀ ਨਾ ਕੀਤੀ ਗਈ, ਜਿਹੜੀ ਪਹਿਲੀ ਰਿਪੋਰਟ ਅਕਾਲੀ ਦਲ ਬਾਦਲ ਨੇ ਖੁਦ ਕੀਤਾ ਸੀ। ਫਿਰ ਇਸੇ ਕਰਕੇ ਦੂਜੇ ਲੈਵਲ ਤੇ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੇਵ ਸਿੰਘ ਕਮਿਸ਼ਨ ਹੈ ਜਿਹੜਾ ਜਸਟਿਸ ਗੁਰਦੇਵ ਸਿੰਘ ਕਮਿਸ਼ਨ, ਉਹਦੀ ਕੋਈ ਪਰਵਾਹ ਨਾ ਕੀਤੀ। ਬਹੁਤ ਵੱਡੀ ਉਹਦੀ ਐਗਜ਼ਾਸਟਿਵ ਰਿਪੋਰਟ ਸੀ, ਸਾਰਾ ਬਿਲਕੁਲ ਡਿਟੇਲ ਸੀ, ਉਹਦੀ ਕੋਈ ਪਰਵਾਹ ਨਾ ਕੀਤੀ ਗਈ। ਇਸ ਕਰਕੇ ਇਹਨਾਂ ਨੇ ਕਿਸੇ ਚੀਜ਼ ਦੀ ਪਰਵਾਹ ਕਰਨ ਦਾ ਮਤਲਬ ਇਹ ਆ ਵੀ ਇੱਕ ਪਾਸੇ ਇਹਨਾਂ ਨੂੰ ਲੱਗਦਾ ਵੀ ਵੋਟ ਬੈਂਕ ਬਣਾਉਣ ਦੇ ਚੱਕਰ ਹੈ, ਦੂਜੇ ਪਾਸੇ ਉਹੀ ਪੋਲੀਟੀਕਲ ਗਿਣਤੀਆਂ ਮਿੰਤੀਆਂ 'ਚ ਐਕਸ਼ਨ ਨਹੀਂ ਲਿਆ ਜਾਂਦਾ। ਇਹੀ SIT ਜਿੰਨੀਆਂ ਬਣੀਆਂ ਉਹਦੇ ਪਿੱਛੇ ਵੀ ਸਾਰੀ ਗਿਣਤੀ ਖੜੀ ਹੈ ਵੀ ਜੇ ਅਸੀਂ SIT ਤੋਂ ਕਰਵਾਤਾ ਤੇ ਇਹਦੇ ਨਾਲ ਸਾਡੀ ਵੋਟ ਬੈਂਕ ਦਾ ਹਿੱਸਾ ਟੁੱਟ ਜਾਊਗਾ। ਇਸ ਕਰਕੇ ਇਹ ਸਾਰਾ ਕੁਝ ਪੂਰਾ ਕੰਪਲੀਟ ਇਸੇ ਚੱਕਰ 'ਚ ਫਸਿਆ ਹੋਇਆ। ਤੇ ਬਾਕੀ ਵਾਅਦਿਆਂ ਦੇ ਆਪਾਂ ਨੂੰ ਪਤਾ ਹੀ ਆ ਵੀ ਅਕਾਲੀ ਦਲ ਤਾਂ 2017 ਤੋਂ ਪਹਿਲਾਂ ਇੱਕ ਤਰ੍ਹਾਂ ਨਾਲ ਬਰੀ ਹੋ ਗਿਆ ਸੀ, ਚੱਬੇ ਵਾਲੇ ਤੋਂ ਸਰਬੱਤ ਖਾਲਸੇ ਤੋਂ ਬਾਅਦ ਵੀ ਹੁਣ ਇਹ ਕੁਝ ਨਹੀਂ ਹੋ ਸਕਦਾ, ਕੰਟਰੋਲ ਹੋ ਗਿਆ। ਕੈਪਟਨ ਨੇ ਵਾਅਦਾ ਕੀਤਾ, ਗੁਟਕਾ ਚੁੱਕ ਕੇ ਵਾਅਦਾ ਕੀਤਾ ਸੀ ਵੀ ਅਸੀਂ ਹੁਣ ਇਹਦੇ ਆਉਂਦੇ ਕੁਝ ਹਫ਼ਤਿਆਂ ਵਿੱਚ ਲਾਵਾਂਗੇ, ਉਦੋਂ ਵੀ ਨਹੀਂ ਕੁਝ ਹੋਇਆ। ਫਿਰ ਹੁਣ ਜਿਵੇਂ ਜਗਤਾਰ ਸਿੰਘ ਹੋਰਾਂ ਨੇ ਕਿਹਾ ਵੀ ਕੁਝ ਦਿਨਾਂ 'ਚ ਅਸੀਂ ਸਾਰਾ ਫੈਸਲਾ ਕਰ ਦਾਂਗੇ, ਆਮ ਆਦਮੀ ਪਾਰਟੀ ਨੇ ਵੀ ਕਿਹਾ, ਪਰ ਇਹ ਕੋਈ ਨਹੀਂ ਕਰ ਸਕੇ ਤੇ ਨਾ ਉਸ ਤਰੀਕੇ ਨਾਲ ਕਰ ਸਕੇ। ਇਹ ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਉੱਥੇ ਜਾਣਾ ਹੈ ਤੇ 2-3 ਦਿਨ ਪਹਿਲਾਂ, ਤੇ ਫਿਰ ਉਹ ਹਜੇ ਤੱਕ ਜਿਹੜਾ ਖੜਾ ਹੈ, ਮੇਰੀ ਕੋਟਕਪੂਰੇ ਵਾਲੀ ਜਿਹੜੀ ਰਿਪੋਰਟ ਆ ਉਹ ਤਾਂ ਰੱਦ ਹੋ ਗਈ ਆ, ਬਹਿਬਲ ਕਲਾਂ ਵਾਲੀ ਤਾਂ ਨਹੀਂ ਹੋਈ। ਉਹ ਉਸੇ ਗੱਲ ਤੇ ਖੜਾ, ਉਹ ਉਸ ਦਿਨ ਵੀ ਇਹੀ ਮਸਲਾ ਖੜਾ ਕਰਕੇ ਆਇਆ ਉਹ। ਤੇ ਇਸ ਕਰਕੇ ਹੁਣ ਇਹ ਸੈਂਸੀਟਿਵ ਮਸਲਾ ਰੇਕਅਪ ਹੋ ਰਿਹਾ, ਦੁਬਾਰਾ ਖੜਾ ਹੋ ਰਿਹਾ। ਇਹ ਰਹੂਗਾ ਹੀ ਸੈਂਸੀਟਿਵ। ਇਹ ਸੈਂਸੀਟਿਵ ਇੰਨਾ ਹੈ ਵੀ ਇਹਦਾ ਕਿੰਨਾ ਹਿੱਸਾ ਪੈਂਦਾ ਕਿਸੇ ਨੂੰ, ਕਿਸੇ ਪਾਰਟੀ ਦੇ ਨੁਕਸਾਨ 'ਚ ਜਾਂ ਫਾਇਦੇ 'ਚ, ਇਹ ਹੁਣ ਆਪਾਂ ਕਹਿ ਨਹੀਂ ਸਕਦੇ ਹੁੰਦੇ। ਹੋਰ ਫੈਕਟਰ ਵੀ ਤਮਾਮ ਹੁੰਦੇ ਆ, ਪਰ ਇਹ ਆਪਣੇ ਆਪ 'ਚ ਪੰਜਾਬ 'ਚ ਵੱਡਾ ਫੈਕਟਰ ਹੈ। ਤੇ ਇਸ ਕਰਕੇ ਇਹਨਾਂ ਤੋਂ ਕਿਸੇ ਤੋਂ ਵੀ ਫੈਸਲਾ ਨਹੀਂ ਹੋਣਾ ਮੇਰੇ ਮੁਤਾਬਕ। ਇਹ ਇਸੇ ਤਰੀਕੇ ਨਾਲ ਚੱਲਦਾ ਰਹੂ। ਇਹ ਪਹਿਲੀ ਪਾਰਟੀ ਭੇਂਟ ਚੜ ਗਈ, ਦੂਜੀ ਪਾਰਟੀ ਭੇਂਟ ਚੜੀ, ਤੀਜੀ ਪਾਰਟੀ ਤਾਂ ਅਸੀਂ ਕਹਿ ਨਹੀਂ ਸਕਦੇ ਜਿਹੜੀ ਰੂਲਿੰਗ ਹੈ ਇਹਦਾ ਕਿਸ ਕਰਵਟ ਬੈਠੇਗਾ। ਹਾਂਜੀ ਸਰਦਾਰ ਜਗਤਾਰ ਸਿੰਘ ਜੀ, ਮੈਂ ਸਿੱਧੂ ਸਾਹਿਬ ਵੱਲ ਜਿਹੜਾ ਸਵਾਲ ਲੈ ਕੇ ਗਿਆ, ਮੈਂ ਉਹੀ ਸਵਾਲ ਤੁਹਾਡੇ ਵੱਲ ਵੀ ਲੈ ਕੇ ਜਾਣਾ ਚਾਹੁੰਦਾ ਹੈ ਕਿ ਕੀ ਇਹਦਾ ਅਗਲਾ ਨਿਸ਼ਾਨਾ, ਇਹ ਜਿਹੜੇ ਜਜ਼ਬਾਤ ਨੇ, ਸੈਂਟੀਮੈਂਟਸ ਨੇ, ਹੁਣ ਇਸ ਤੋਂ ਅੱਗੇ ਕੀ ਭਵਿੱਖ ਦੇ ਵਿੱਚ ਹੁਣ ਸਭ ਤੋਂ ਵਰਸਟ ਇਹਦੇ ਅਸਰ ਕੀ ਦੇਖਣ ਨੂੰ ਮਿਲਣਗੇ, ਸਭ ਤੋਂ ਬੁਰਾ ਕੀ ਵਾਪਰਨ ਵਾਲਾ ਇਸ ਸੰਦਰਭ ਦੇ ਵਿੱਚ? ਇੱਕ ਆਪਾਂ ਰਿਜ਼ਲਟ ਹੋਰ ਕੰਸੀਡਰ ਕਰ ਲਈਏ, ਜਿਹੜੀ ਪ੍ਰੈਜ਼ੈਂਟ ਰੂਲਿੰਗ ਪਾਰਟੀ ਹੈ ਇਹਦੇ ਕੰਟੈਕਸਟ ਦੇ ਵਿੱਚ ਜੀ, ਲੋਕ ਪੰਜਾਬ ਦੇ ਜਵਾਬ ਅੱਜਕੱਲ ਨਾਲ ਦੇ ਨਾਲ ਹੀ ਦੇ ਰਹੇ ਹੈ ਜੀ। ਸੰਗਰੂਰ ਲੋਕ ਸਭਾ ਬਾਈ ਇਲੈਕਸ਼ਨ ਆਪਣੇ ਆਪ ਦੇ ਵਿੱਚ ਆਪ ਨੂੰ ਜਵਾਬ ਸੀ ਜੀ। ਜੇ ਇਹਨਾਂ ਨੇ ਉਹ ਤੋਂ ਕੋਈ ਸਬਕ ਨਹੀਂ ਸਿੱਖਿਆ, ਉਹ ਇਹਨਾਂ ਦੀ ਸਮੱਸਿਆ ਹੈ। ਲੋਕ
ਰਿਐਕਟ ਕਰ ਰਹੇ ਆ ਔਰ ਬਹੁਤ ਸਟਰੋਂਗਲੀ ਰਿਐਕਟ ਕਰ ਰਹੇ ਆ। ਹੁਣ ਦਿੱਕਤ ਇਹ ਹੈ ਕਿ ਜਿਹੜੀ ਗੱਲ ਤੁਸੀਂ ਕੀਤੀ ਵੀ ਇਸ ਤੋਂ ਅੱਗੇ ਕੀ ਹੋਏਗਾ, ਲੋਕ ਕਿੱਧਰ ਜਾਣ। ਜੀ ਜਿਹੜੀ ਉਸ ਜਿਹੜਾ ਵੈਕਿਊਮ ਹੈ ਪੰਜਾਬ ਦੇ ਵਿੱਚ, ਉਹ ਬੜਾ ਅਜੀਬ ਹੈ ਤੇ ਕਮਾਲ ਦਾ ਹੈ। ਜੀ ਕਿਉਂਕਿ ਅਕਾਲੀ ਦਲ ਆਪਣੇ ਆਪ ਨੂੰ ਦੋਸ਼ ਮੁਕਤ ਕਰੀ ਜਾ ਰਿਹਾ ਹੈ ਲਗਾਤਾਰ ਹੀ, ਤੇ ਜੀ। ਇਸੇ ਕਰਕੇ ਹੀ ਇਹ ਪਾਰਟੀ ਰਿਵਾਈਵ ਨਹੀਂ ਹੋ ਰਹੀ। ਹਾਲਤ ਇਹ ਹੈ ਕਿ ਜਥੇਦਾਰ ਅਕਾਲ ਤਖਤ, ਜਿਹੜਾ ਐਕਟਿੰਗ ਜਥੇਦਾਰ ਹੈ ਹਰਪਾਲ ਸਿੰਘ ਜੀ ਅਕਾਲ ਤਖਤ ਦੇ, ਤੇ ਹਰਪ੍ਰੀਤ ਨਾਲ ਸਿੰਘ ਜੀ। ਉਹ ਹਰਪ੍ਰੀਤ ਜੀ। ਸਿੰਘ ਜੀ, ਔਰ ਨਾਲ ਉਹ ਪੂਰੇ ਜਥੇਦਾਰ ਹੈਗੇ ਹੈ ਤਖਤ ਦਮਦਮਾ ਸਾਹਿਬ ਦੇ। ਉਹ ਅੰਮ੍ਰਿਤਸਰ ਤੋਂ ਦਮਦਮਾ ਸਾਹਿਬ ਅਕਸਰ ਜਾਂਦੇ ਰਹਿੰਦੇ ਆ। ਜੀ ਬਰਗਾੜੀ ਉਸੇ ਹੀ ਸੜਕ ਤੇ ਪੈਂਦਾ ਹੈ। ਉਹਨਾਂ ਦੀ ਗੱਡੀ ਨੂੰ ਅੱਜ ਤੱਕ ਬਰਗਾੜੀ ਕਦੇ ਬ੍ਰੇਕ ਕਿਉਂ ਨਹੀਂ ਲੱਗੀ? ਜੀ ਇਹ ਤਾਂ ਜਥੇਦਾਰ ਹੋਰਾਂ ਨੂੰ ਖੁਦ ਇਹ ਚਾਹੀਦਾ ਸੀ ਕਿ ਉੱਥੇ ਕਿਤੇ ਉਤਰਦੇ ਤੇ ਇਸ਼ੂ ਨੂੰ ਕੋਈ ਨਵਾਂ ਮੋੜ ਦਿੰਦੇ। ਹੁਣ ਵੀ ਚਾਹੀਦਾ ਹੈ ਕਿਉਂਕਿ ਉਹ ਜਥੇਦਾਰ ਹੈ, ਕਿਸੇ ਪਾਰਟੀ ਦੇ ਜਥੇਦਾਰ ਨਹੀਂ ਗੇ, ਅਕਾਲ ਤਖਤ ਸਾਹਿਬ ਦੇ ਜਥੇਦਾਰ। ਸੋ ਉਹਨਾਂ ਨੂੰ ਇਹ ਇਸ਼ੂ ਆਪਣੇ ਹੱਥ 'ਚ ਲੈ ਕੇ ਉੱਥੇ ਜਾਣਾ ਚਾਹੀਦਾ ਹੈ, ਲੋਕਾਂ ਨਾਲ ਗੱਲ ਕਰਨੀ ਚਾਹੀਦੀ ਹੈ, ਇਹਨੂੰ ਅੱਗੇ ਤੋਰਨਾ ਚਾਹੀਦਾ ਹੈ। ਜਿਹੜੀ ਗੱਲ ਮੇਰੇ ਦੋਸਤ ਜਸਪਾਲ ਸਿੰਘ ਹੋਰਾਂ ਨੇ ਵੀ ਕੀਤੀ ਹੈ ਵੀ ਆਪਣੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਮਨ ਕੀਤਾ ਸੀਗਾ ਜਥੇਦਾਰਾਂ ਨੂੰ, ਉਹ ਤੇ ਬਾਦਲ ਸਾਹਿਬ ਨੂੰ ਵੀ ਸਮਨ ਕੀਤਾ ਜਾਵੇ ਵੀ ਤੁਸੀਂ ਦੱਸੋ, SGPC ਨੂੰ ਵੀ ਸਮਨ ਕੀਤਾ ਜਾਵੇ ਤੇ ਫਾਰਮਰ ਜਥੇਦਾਰ ਨੂੰ ਵੀ ਸਮਨ ਕੀਤਾ ਜਾਵੇ। ਕੋਈ ਸਾਰੇ ਦੋਸ਼ ਤੁਸੀਂ ਦੋਸ਼ੀ ਹੈ, ਜਵਾਬ ਦਿਓ ਸਾਰੀ ਗੱਲ ਦਾ। ਗੱਲ ਤਾਂ ਲੋਕਾਂ ਸਾਹਮਣੇ ਹੋਵੇ ਨਾ। ਹੁਣ ਮੈਂ ਇੱਕ ਨਾਲ ਹੋਰ ਐਡ ਕਰੂੰਗਾ। ਜੀ ਇੱਕ ਪਰਸੈਪਸ਼ਨ ਬਿਲਡਅਪ ਹੋਈ ਕਿ ਡੇਰਾ ਸੱਚਾ ਸੌਦਾ ਵੋਟ ਬੈਂਕ ਹੈ। ਮੈਂ ਰਾਮ ਰਹੀਮ ਨੂੰ ਵੋਟ ਬੈਂਕਰ ਕਹਿਣਾ ਹੁੰਦਾ। ਜੀ ਬਿਲਕੁਲ ਵੋਟ ਬੈਂਕ ਹੈ, ਕੋਈ ਇਹਦੇ ਬਾਰੇ ਦੋ ਰਾਏ ਨਹੀਂ। ਪੰਜਾਬ ਦੇ ਸਾਰੇ ਪੋਲੀਟੀਸ਼ੀਅਨ, ਹਰਿਆਣੇ ਦੇ ਪੋਲੀਟੀਸ਼ੀਅਨ ਸਾਰੇ ਵੋਟਾਂ ਵੇਲੇ ਉੱਥੇ ਲਾਈਨ ਲਾ ਕੇ ਖੜੇ ਹੁੰਦੇ ਸੀਗੇ, ਫੋਟੋਆਂ ਛਾਪਦੇ ਰਹੀਆਂ, ਉੱਥੇ ਬੇਇੱਜ਼ਤੀ ਵੀ ਕਰਾਉਂਦੇ ਰਹੇ। ਲੇਕਿਨ ਪਿਛਲੀ 2017 ਦੇ ਇਲੈਕਸ਼ਨ ਦੇ ਵਿੱਚ ਇੱਕ ਅਜੀਬ ਗੱਲ ਸਾਹਮਣੇ ਆਈ। ਡੇਰੇ ਨੇ ਓਪਨਲੀ ਅਕਾਲੀ ਦਲ ਨੂੰ ਸਪੋਰਟ ਕੀਤਾ 17 ਦੇ ਵਿੱਚ। ਰੰਧਾਵਾ ਜੀ, ਇਹਨਾਂ ਦੀਆਂ ਸੀਟਾਂ ਤਾਂ ਸਾਰੀਆਂ ਪੱਧਰਾਂ ਰਹਿ ਗਈਆਂ ਇੰਨੀ ਸਪੋਰਟ ਤੋਂ ਬਾਅਦ ਵੀ। ਦੂਜੇ ਨੰਬਰ ਤੇ ਤਾਂ ਆਪ ਆ ਗਈ, ਤੇ ਉਹ ਸਪੋਰਟ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਆਲਮੋਸਟ ਉਤਰਾ ਹੀ ਕਾਇਮ ਸੀ। ਜੀ ਅਕਾਲੀ ਦਲ ਲੈ ਦੇ ਕੇ 3 ਸੀਟਾਂ ਤੇ ਰਹਿ ਗਿਆ। ਉਹ ਜਿਹੜਾ ਮਿਥ ਹੈ ਕਿ ਡੇਰਾ ਸੱਚਾ ਸੌਦਾ ਵੋਟਾਂ ਨੂੰ ਡਿਕਟੇਟ ਕਰ ਸਕਦਾ ਹੈ, ਉਹ ਸ਼ੈਟਰ ਹੋ ਰਿਹਾ ਹੌਲੀ ਹੌਲੀ। ਇਹ ਜਿਹੜੀ ਸਟੱਡੀ ਹੋਈ ਹੈ ਡੇਰਾ ਬਿਆਸ ਦੀ, ਉਹ ਕੈਪੈਸਿਟੀ ਇਹਨਾਂ ਤੋਂ ਜ਼ਿਆਦਾ ਹੈ। ਜੀ ਲੇਕਿਨ ਉਹ ਕਿਸੇ ਕਨਫੈਡਰੇਸ਼ਨ ਦੇ ਵਿੱਚ ਡਾਇਰੈਕਟਲੀ ਇਸ ਤਰ੍ਹਾਂ ਨਹੀਂ ਆਉਂਦੇ। ਸੋ ਜੇ ਇੰਪੀਰੀਕਲ ਐਵੀਡੈਂਸ ਦੇਖੀਏ ਸਾਰੀ, ਤੇ ਉਹ ਇਸ ਗੱਲ ਨੂੰ ਹੁਣ ਕੋਈ ਬਹੁਤੀ ਸਪੋਰਟ ਨਹੀਂ ਕਰਦੀ ਕਿ ਵੋਟ ਦੇ ਵਿੱਚ ਇਹਨਾਂ ਦਾ ਕੋਈ ਅਸਰ ਪੈ ਸਕਦਾ। ਠੀਕ ਹੈ, ਇਹ ਨੈਰੇਟਿਵ ਸ਼ੁਰੂ ਉੱਥੋਂ ਹੀ ਹੋਇਆ ਸੀਗਾ, ਕਿਉਂਕਿ 2009 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਨੇ ਜਦੋਂ ਆਪਣੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਖੜੇ ਕੀਤਾ ਬਠਿੰਡੇ ਤੋਂ, ਤਾਂ ਇਹਨਾਂ ਦੀ ਵੋਟਾਂ ਦੀ ਲੋੜ ਸੀ। ਉੱਥੋਂ ਸਾਰਾ ਸਮੱਸਿਆ ਸ਼ੁਰੂ ਹੁੰਦੀ ਹੈ, ਜੜ ਦੇ ਵਿੱਚ ਉਹ ਹੈ। ਤੇ ਇਹਦੀ ਇਹ ਐਵੀਡੈਂਸ ਕਿ ਡੇਰੇ ਨੇ ਇਹਨਾਂ ਨੂੰ ਸਪੋਰਟ ਕੀਤਾ ਸੀ। ਡੇਰੇ ਦੇ ਆਪਣਾ ਜਿਹੜਾ ਸਿਆਸੀ ਵਿੰਗ ਹੈ, ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ, ਲੋਕ ਸਭਾ ਤੋਂ ਪਹਿਲਾਂ ਪਟਿਆਲੇ ਪ੍ਰੈਸ ਕਾਨਫਰੰਸ ਕਰਕੇ ਆਫਰ ਕੀਤਾ ਸੀ ਵੀ ਅਸੀਂ ਤਿਆਰ ਹੈ। ਸੋ ਜਿਹੜੀ ਗੱਲ ਤੁਸੀਂ ਕੀ ਵੀ ਅੱਗੇ ਕੀ ਹੋਏਗਾ, ਹਾਲੇ ਕੁਐਸਚਨ ਮਾਰਕ ਹੈ। ਜੀ ਬਹੁਤ ਅਹਿਮ ਮਾਮਲਾ ਹੈ, ਜਿਹਦੇ ਵਿੱਚ ਅਜੇ ਸ਼ਾਇਦ ਸਰਕਾਰ ਨੂੰ ਉਨੀ ਡੈਪਥ ਨਹੀਂ ਲੱਗ ਰਹੀ, ਉਹਨਾਂ ਦੀ ਤਰਜੀਹ ਨਹੀਂ, ਪਰ ਸੱਥਾਂ ਦੇ ਵਿੱਚ, ਆਮ ਗੱਲਾਂ ਦੇ ਵਿੱਚ ਲੋਕ ਅਜੇ ਵੀ ਪੀੜ ਮਹਿਸੂਸ ਕਰਦੇ ਨੇ। ਮੈਂ ਸਰਦਾਰ ਹਮੀਰ ਸਿੰਘ ਹੋਰਾਂ ਤੋਂ ਆਖਰੀ ਸ਼ਬਦ ਲੈ ਕੇ ਇਹਨੂੰ ਸਮੇਟਣਾ ਚਾਹੂੰਗਾ। ਹਮੀਰ ਸਿੰਘ ਜੀ, ਜਦੋਂ ਇਸ ਵੇਲੇ ਬਿਲਕੁਲ ਸੱਤਾ ਦੇ ਨੇੜੇ, ਚੰਡੀਗੜ੍ਹ ਦੇ ਲਾਗੇ ਹਰ ਦਿਨ ਸਰਗਰਮੀ ਹੋ ਰਹੀ ਹੈ, ਔਰ ਉਧਰਲੇ ਬੰਨੇ ਬਾਈਬਲ ਕਲਾਂ ਇਸ ਰੋਡ ਬਲੌਕੇਜ ਨੂੰ ਲੈ ਕੇ, ਕੀ ਇਹਦਾ ਵਿਸਥਾਰ ਵੀ ਦੇਖ ਸਕਦੇ ਹਾਂ ਅਸੀਂ? ਇਹ ਕੋਈ ਅਸੀਂ ਇਹਨੂੰ ਧੁੱਖ ਦੀ ਨੂੰ ਭਾਂਬੜ 'ਚ ਵੀ ਬਦਲਦਾ ਦੇਖ ਸਕਦੇ ਹਾਂ ਜੇ ਇਹਨੂੰ ਤਰਜੀਹੀ ਤੌਰ ਤੇ ਐਡਰੈਸ ਨਹੀਂ ਕੀਤਾ ਜਾਂਦਾ ਤਾਂ? ਨਹੀਂ, ਤੁਸੀਂ ਦੇਖੋ 7 ਜਨਵਰੀ ਤੋਂ ਇੱਥੇ ਲੋਕ ਬੈਠੇ ਨੇ, ਔਰ ਵੱਡੀ ਗਿਣਤੀ 'ਚ ਪਹਿਲਾਂ ਨਰਿੰਦਰ ਮੋਦੀ ਨੂੰ ਕਹਿੰਦੇ ਸੀ ਨਾ, ਉਹਨਾਂ ਨੇ ਇੱਕ ਗੱਲਬਾਤ ਸ਼ੁਰੂ ਕੀਤੀ ਮਹੀਨੇ ਬਾਅਦ। 1 ਮਹੀਨੇ 'ਚ ਇੱਕ ਵਾਰ ਵੀ ਚੀਫ ਮਿਨਿਸਟਰ ਜਾਂ ਕੋਈ ਮਿਨਿਸਟਰ ਨਹੀਂ ਹੈ ਜਿਹੜਾ ਘੱਟੋ ਘੱਟ ਬੁਲਾ ਕੇ ਗੱਲ ਉੱਤਾ ਡਿਸਕਸ ਕਰਦਾ ਹੋਵੇ ਨਾ। ਅਸੀਂ ਚਾਹੁੰਦੇ ਕੀ ਹਾਂ ਕਿ ਲੋਕ ਜਿੱਥੇ ਮਰਜ਼ੀ ਜਾਣ,
ਜਦੋਂ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ ਕਿ ਇਹ ਡੈਮੋਕ੍ਰੈਟਿਕ ਦੇਸ਼ ਹੈ, ਇੱਥੇ ਲੋਕਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੇ, ਜਦੋਂ ਚੀਫ ਮਿਨਿਸਟਰ ਇਹ ਕਹਿ ਰਿਹਾ ਕਿ ਸਰਕਾਰ ਤਾਂ ਪਿੰਡ ਤੇ ਮੁਹੱਲਿਆਂ ਚੋਂ ਚੱਲੂਗੀ, ਲੋਕਾਂ ਨੂੰ ਤੁਹਾਡੇ ਬਰੂਹਾਂ ਤੇ ਆਉਣ ਲਈ ਕਿਉਂ ਮਜਬੂਰ ਹੋਣਾ ਪੈ ਰਿਹਾ ਜੇ ਸਰਕਾਰ ਉੱਥੋਂ ਚੱਲਦੀ ਹੁੰਦੀ? ਤੇ ਜੇ ਉਹ ਬਰੂਹਾਂ ਤੇ ਵੀ ਆ ਕੇ ਬੈਠਦੇ ਨੇ, ਤੁਸੀਂ ਤੁਹਾਡੇ ਤੋਂ ਕੱਖ ਨਾ ਹੋਵੇ, ਤੁਸੀਂ ਤਾਂ ਕਰਦੇ ਦਿਖਾਈ ਵੀ ਨਹੀਂ ਦੇ ਰਹੇ ਕਿ ਤੁਸੀਂ ਕਰਨਾ ਚਾਹੁੰਦੇ ਹੋ ਇਹ ਮਾਮਲਾ। ਜੀ, ਜੇਕਰ ਨਾ ਹੋਵੇ ਤੁਸੀਂ ਕਹੋ ਵੀ ਯਾਰ ਅਸੀਂ ਇਹਨਾਂ ਨਾਲ ਇੰਨਾ ਮੱਥਾਮਾਰੀ ਕਰ ਰਹੇ ਹਾਂ, ਦੇਖੋ ਰੋਜ਼ ਮਿਲ ਰਿਹਾ, ਸਾਡੇ ਤਾਂ 2 ਮੰਤਰੀ ਉੱਥੇ ਬੈਠੇ ਰਹਿੰਦੇ ਨੇ, ਹੁਣ ਅਸੀਂ ਕੀ ਕਰੀਏ, ਸਾਡੇ ਵੱਸ ਚ ਨਹੀਂ, ਕੁਝ ਤਾਂ ਕਰੋ। ਮਤਲਬ ਕੋਈ ਚੀਜ਼ ਤਾਂ ਤੁਹਾਨੂੰ ਦਿਖਾਈ ਦੇਣੀ ਪੈਗੀ ਕੁਝ ਕਰ ਰਿਹਾ। ਦੂਜੀ ਗੱਲ, ਇਹ ਕੇਵਲ ਲਾ ਐਂਡ ਆਰਡਰ ਤੇ ਸਿੱਟਾਂ ਦਾ ਮਾਮਲਾ ਨਹੀਂ ਹੈ ਮੈਨੂੰ ਲੱਗਦਾ, ਔਰ ਕੱਲੀ ਸਜ਼ਾ ਕੱਲੀ ਪਲਾਨੀ, ਇਹਦੇ ਬਹੁਤ ਜ਼ਿਆਦਾ ਇਹਦੀਆਂ ਸ਼ਾਖਾਵਾਂ ਨੇ। ਇਹ ਲੋਕਾਂ ਦੇ ਭਰੋਸੇ ਦੇ ਮਾਮਲੇ ਨੇ, ਲੋਕਾਂ ਦੇ ਜਜ਼ਬਾਤ ਦਾ ਮਾਮਲਾ ਹੈ, ਲੋਕ ਹਿਸਟਰੀ ਦੇ ਵਿੱਚ ਬਾਰ-ਬਾਰ ਹੋ ਰਹੇ ਧੋਖਿਆਂ ਦੇ ਮਾਮਲੇ ਨੇ, ਵੱਖ-ਵੱਖ ਚੀਜ਼ਾਂ ਨੇ। ਮੋਰਚਾ ਤਾਂ ਜੇ ਚੱਕਿਆ ਨਹੀਂ ਜਾ ਰਿਹਾ ਜੀਰੇ ਵਾਲਾ, ਜਿਹਦਾ ਚੀਫ ਮਿਨਿਸਟਰ ਅਨਾਉਂਸ ਕਰਦੇ ਨੇ ਤੇ ਟਵਿੱਟਰ ਤੇ ਲਿਖਦੇ ਨੇ ਤੇ ਆਪ ਵੀਡੀਓ ਪਾ ਦਿੰਦੇ ਨੇ ਕਿ ਮੈਂ ਉਹ ਫੈਕਟਰੀ ਬੰਦ ਕਰਤੀ। ਉਹ ਆਰਡਰ ਕਿੱਥੇ ਹੈ, ਕਾਗਜ਼ ਕਿੱਥੇ ਹੈ? ਇਹਦਾ ਤਾਂ ਚੱਕਰ ਹੈ ਹੀ ਨਹੀਂ। ਮਤਲਬ ਜਿਹੜਾ ਪਾਣੀ ਵਾਲਾ ਮਾਮਲਾ ਹੈ ਜਿਹਦਾ ਕੁਝ ਨਹੀਂ ਹੈ, ਅਜੇ ਉਹ ਲਮਕ ਰਿਹਾ ਹੈ। ਜੇ ਐਵੇਂ ਲਮਕਦੇ ਨੇ, ਕੱਲ ਨੂੰ ਇਹ ਗੱਲ ਕੋਈ ਕਹਿ ਸਕਦਾ ਯਕੀਨ ਨਾਲ ਕਿ ਇੱਥੇ ਜੇ ਭੀੜ ਹੋਰ ਵੱਧਦੀ ਹੈ, ਉੱਥੇ ਬਹਿਮਨ ਵੀ ਉੱਥੇ ਰਹਿੰਦੀ ਹੈ, ਸਡਨ ਪ੍ਰਵੋਕੇਸ਼ਨ ਚ ਕੋਈ 2 ਬੰਦਿਆਂ ਚ ਇਹੋ ਜਿਹੀ ਕੁਝ ਹੋ ਜਾਂਦੀ ਹੈ, ਕੋਈ ਫਾਇਰਿੰਗ ਹੋ ਜਾਏ, ਕੋਈ ਹੋਰ ਵੀ ਬੰਦੇ ਮਰ ਜਾਣ, ਤਾਂ ਇਹ ਤਾਂ ਕਿਸੇ ਦੇ ਹੱਥ ਚ ਤਾਂ ਨਹੀਂ ਨਾ ਹੈ। ਜਿਹੜੀ ਇਹ ਗੱਲ ਜਿਹੜੀ ਜਦੋਂ ਖੁੱਲਾ ਮਾਹੌਲ ਹੁੰਦਾ ਉਸ ਪੱਧਰ ਦਾ, ਤਾਂ ਇੱਕ ਨਵੇਂ ਟਾਈਪ ਦਾ ਮਾਹੌਲ ਉਸ ਲੈਵਲ ਦਾ ਹੋ ਜੇ। ਇਸ ਲਈ ਮੈਨੂੰ ਤਾਂ ਇਹ ਲੱਗਦਾ ਕਿ ਜੇਕਰ ਗੰਭੀਰ ਸਰਕਾਰ ਜਾਂ ਕੋਈ ਹੋਰ ਸਰਕਾਰ ਉਹ ਆਲ ਪਾਰਟੀ ਮੀਟਿੰਗ ਸੱਦੇ, ਆਲ ਪਾਰਟੀ ਮੀਟਿੰਗ ਸੱਦੇ ਤੇ ਜਥੇਦਾਰ ਅਕਾਲ ਤਖਤ ਤੋਂ ਰਿਲੀਜੀਅਸ ਲੋਕਾਂ ਦੀ ਮੀਟਿੰਗ ਸੱਦੇ, ਡਿਫਰੈਂਟ ਸੈਂਟੀਮੈਂਟਸ ਦੀ ਵੀ, ਵੱਖ-ਵੱਖ ਦੀ ਵੀ, ਬੈਠ ਕੇ ਘੱਟੋ-ਘੱਟ ਚਰਚਾ ਹੋਵੇ ਕਿ ਇਹੋ ਜਿਹੇ ਵੱਡੇ ਮੁੱਦਿਆਂ 'ਚ ਕੀ ਕੀਤਾ ਜਾ ਸਕਦਾ, ਸੁਸਾਇਟੀ ਨੂੰ ਰਿਐਕਟ ਕਿਵੇਂ ਕਰਨਾ ਚਾਹੀਦਾ, ਸਰਕਾਰਾਂ ਨੂੰ। ਫਿਰ ਉਹ ਸਰਕਾਰਾਂ ਨੂੰ ਦੱਸਣ, ਕਹਿਣ ਵੀ ਭਾਈ ਆਹ ਕਰੋਗੇ ਤਾਂ ਮਾਮਲਾ ਹੱਲ ਹੋਊਗਾ, ਨਹੀਂ ਜੇ ਸਰਕਾਰ ਉਹ ਵੀ ਨਹੀਂ ਕਰਦੀ ਤਾਂ ਸਾਰੇ ਰਲ ਕੇ ਅਗੇਂਸਟ ਸਰਕਾਰ ਦੇ ਖਿਲਾਫ ਉਸ ਲੈਵਲ ਤੇ ਖੜੇ ਹੋਣ। ਪੁਲਿਸ ਨੂੰ ਟਾਈਮ ਬਾਉਂਡ ਮਾਮਲੇ ਦੇ ਵਿੱਚ ਪੁਲਿਸ ਵਾਲੇ ਜਿਹੜੇ ਕੇਸ ਨੇ ਉਹ ਕੋਰਟਾਂ ਨੂੰ ਕਹਿਣ, ਰਿਕੁਐਸਟ ਕਰਨ ਕਿ ਇੱਕ ਡੈਡਲਾਈਨ ਡੇ ਟੂ ਡੇ ਬੇਸਿਸ ਤੇ ਉਹਨਾਂ ਦਾ ਫੈਸਲਾ ਹੋਵੇ, ਤਾਂ ਕਿ ਲੋਕਾਂ ਨੂੰ ਲੱਗੇ ਕੋਈ ਫੈਸਲਾ ਹੋ ਰਿਹਾ ਕਿਸੇ ਨਾ ਕਿਸੇ ਰੂਪ ਚ। ਹਜੇ ਤਾਂ ਮੈਨੂੰ ਲੱਗਦਾ ਸੋਪ ਚੋਂ ਪੌਣੀ ਬਣੀ ਕੱਤੀ। ਹਜੇ ਕੋਈ ਚੀਫ ਜਸਟਿਸ ਨੂੰ ਲਿਖੂਗਾ, ਰਿਕੁਐਸਟ ਕਰੂਗਾ, ਐਡੇ ਸੀਰੀਅਸ ਮਾਮਲੇ ਨੇ ਇਹ, ਨਾ ਪਹਿਲੀ ਕਿਸੇ ਗਵਰਨਮੈਂਟ ਨੇ ਕੀਤਾ ਤਾਂ ਇਹ ਗਵਰਨਮੈਂਟ ਉਸ ਲੈਵਲ ਤੇ ਕਰ ਰਹੀ ਹੈ। ਤਾਂ ਮਾਮਲਾ ਜਦੋਂ ਖਲਾਅ ਚ ਹੁੰਦਾ ਹੈ, ਉਦੋਂ ਸਾਰੇ ਬੰਦਿਆਂ, ਜਦੋਂ ਲੀਡਰਲੈਸ ਟਾਈਪ ਦਾ ਕੰਮ ਹੋ ਜਾਂਦਾ, ਉਹ ਲੀਡਰਲੈਸ ਜਿਹੜੀਆਂ ਕੌਮਾਂ ਜਦੋਂ ਹੋਣਗੀਆਂ ਤਾਂ ਉਦੋਂ ਲਾਲੈਸਨੈਸ ਵਧਣ ਦੀਆਂ ਸੰਭਾਵਨਾਵਾਂ ਜ਼ਿਆਦਾ ਰਹਿੰਦੀਆਂ ਨੇ। ਪੋਲੀਟੀਕਲ ਖਲਾਅ ਨੂੰ ਭਰਨ ਲਈ ਅਜੇ ਵੀ ਸਾਡਾ ਪੋਲੀਟੀਸ਼ੀਅਨ ਇੰਨਾ ਮੌਨ ਹੈ, ਉਹਨੂੰ ਐ ਲੱਗੀ ਜਾਂਦਾ ਕਿ 24 ਚ ਕਿਹਨੇ ਜਿੱਤਣਾ, ਫਲਾਨਾ ਕਿਹਨੇ ਜਿੱਤਣਾ। ਇੱਥੇ 10-10 ਸਾਲ ਵੋਟਾਂ ਨਹੀਂ ਪਈਆਂ। ਇਹ ਪੰਜਾਬ ਜਦੋਂ 87 ਚ 85 ਚ ਗਵਰਨਮੈਂਟ ਤਾਂ ਬਣਾ ਲਈ ਸੁਰਜੀਤ ਸਿੰਘ ਬਰਨਾਲੇ ਦੀ, ਪਰ 2 ਵਾਰ ਚ ਟੁੱਟ ਗਈ ਤੇ ਉਦੋਂ ਬਾਅਦ 92 ਤੱਕ ਇਲੈਕਸ਼ਨ ਨਹੀਂ ਹੋਈ, 91 ਤੱਕ ਜਾ ਕੇ 5 ਸਾਲ ਹਰ ਵਾਰ ਇਲੈਕਸ਼ਨ ਹੋਏਗੀ। ਇਹ ਕੱਲਾ ਦਿਮਾਗ ਚ ਕਿਉਂ ਚਿਤਵਦੇ ਆ? ਤੇ ਹਾਲਾਤ ਇਸ ਲੈਵਲ ਤੇ ਚਲੇ ਗਏ ਤਾਂ ਅਸੀਂ ਇਹ ਭੁਗਤ ਭੋਗੀ ਹੈ ਪੰਜਾਬ ਉਹਨਾਂ ਦਾ। ਇਸ ਲਈ ਬਹੁਤ ਗੰਭੀਰਤਾ ਤੇ ਸੰਵੇਦਨਤਾ ਜਿੰਨੀ ਚਾਹੀਦੀ ਹੈ ਮੇਰੇ ਖਿਆਲ ਹੈ ਉਹ ਗਾਇਬ ਦਿਖਾਈ ਦੇ ਰਹੀ ਹੈ। ਸਰਦਾਰ ਸਿੱਧੂ ਸਾਹਿਬ, ਆਖਰੀ ਗੱਲ, ਕਿਉਂਕਿ ਮੈਨੂੰ ਅਜੇ ਵੀ ਇਸ ਤਰ੍ਹਾਂ ਲੱਗ ਰਿਹਾ ਕਿ ਸਾਡੀਆਂ ਪਾਰਟੀਆਂ ਇਹਨੂੰ ਉਨੀ ਡੈਪਥ ਵਿੱਚ ਜਾ ਕੇ ਦੇਖ ਹੀ ਨਹੀਂ ਪਾ ਰਹੀਆਂ। ਜਿਨ੍ਹਾਂ ਨੇ ਨੁਕਸਾਨ ਝੱਲੇ ਨੇ ਅਜੇ ਉਹ ਵੀ ਇਹਦੇ ਉੱਤੇ ਆਖਰੀ ਲਫ਼ਜ਼ ਕਹਿਣ ਨੂੰ ਤਿਆਰ ਨਹੀਂ। ਔਰ ਬਾਕੀ ਕੈਪਟਨ ਅਮਰਿੰਦਰ ਸਿੰਘ ਤਾਂ ਹੁਣ ਇੱਕ ਤਰ੍ਹਾਂ ਨਾਲ ਸੀਨ ਚੋਂ ਹੀ ਪਾਸੇ ਹੋ ਗਏ, ਤੇ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੀ ਸਮਰੱਥਾ ਹੀ ਨਹੀਂ ਲੱਗ ਰਹੀ। ਕੋਈ ਆਖਰੀ ਲਫ਼ਜ਼ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਰੰਤ ਇਹ ਚੀਜ਼ ਵਾਪਰਨੀ ਚਾਹੀਦੀ ਹੈ, ਇਹ ਚੀਜ਼ ਹੋਣੀ ਚਾਹੀਦੀ? ਜਿਹੜਾ ਮੇਨ ਸਟ੍ਰੀਮ ਪਾਰਟੀਆਂ ਸਾਡੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ, 3 ਵੱਡੀਆਂ ਪਾਰਟੀਆਂ, ਚਲੋ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ, ਇਹਨਾਂ 'ਚ ਜਾਂ ਹੋਰ ਵੀ ਸਾਰੇ ਦੇਸ਼ ਦੀਆਂ ਪਾਰਟੀਆਂ ਵਿੱਚ ਕਾਫੀ ਹੱਦ ਤੱਕ ਇਹਨਾਂ 'ਚ ਸਮਰੱਥਾ ਹੀ ਨਹੀਂ ਰਹੀ ਵੀ ਇਹ ਮੁੱਦਿਆਂ ਦੀ ਪੋਲਿਟਿਕਸ ਉੱਤੇ ਇਲੈਕਸ਼ਨ ਲੜਨ। ਇਹ ਇਹੋ ਜਿਹੇ ਇਮੋਸ਼ਨਲ ਭਾਵਕ ਮਸਲੇ ਖੜੇ ਕਰਕੇ ਤੇ ਵੋਟਾਂ ਦੀ ਗਿਣਤੀ ਮਿੰਤੀ ਕਰਕੇ, ਕਿਤੇ ਸਮਾਜ ਨੂੰ ਵੰਡ ਕੇ, ਕਿਤੇ ਜੋੜ ਕੇ, ਕਿਤੇ ਹੋਰ ਇਹੋ ਜਿਹਾ ਕਰਕੇ ਇਹ ਇਲੈਕਸ਼ਨ ਦੇ ਜਿਹੜੇ ਇਹੋ ਜਿਹਾ ਗਿਣਤੀਆਂ ਮਿੰਟੇ 'ਚ ਇਹਨਾਂ ਨੇ ਮੁੱਢ ਬੰਨ ਲਿਆ ਕਈ ਸਾਲਾਂ ਦਾ, ਪਿਛਲੇ ਦੋ ਦਹਾਕਿਆਂ ਦਾ। ਉਹਦੇ ਵਿੱਚ ਹੁਣ ਇਹਨਾਂ ਕੋਲੇ ਹੋਰ ਕੋਈ ਸਮਰੱਥਾ ਦਿਖਦੀ ਨਹੀਂ ਵੀ ਇਹਦੇ ਤੋਂ ਬਾਹਰ ਨਿਕਲ ਕੇ ਵੀ ਕੁਝ ਕਰ ਸਕਦੇ ਆ। ਇਸੇ ਕਰਕੇ ਇਹ ਜੇ ਬਹਿਬਲ ਕਲਾਂ ਵਰਗੇ ਜਾਂ ਬਗਰਾੜੀ ਵਰਗੇ ਕੇਸਾਂ ਦੇ ਵਿੱਚ ਇਹਨਾਂ ਦੀ ਹਿੰਮਤ ਨਹੀਂ ਵੀ ਕੋਈ ਫੈਸਲਾ ਲੈ ਲੇ। ਇਹ ਬੜੇ ਡਰਦੇ ਰਹਿੰਦੇ ਆ ਵੀ ਇਹਦੇ ਚੋਂ ਆਹ ਪਾਸਾ ਹੋ ਜੂ, ਇਹਦੇ ਚੋਂ ਆਹ ਟੁੱਟ ਜੂ। ਇਸ ਕਰਕੇ ਸਾਡੀ ਜਿਹੜੀ ਵੱਡੀ ਗੱਲ, ਮੈਂ ਇੱਕੋ ਲਾਸਟ ਕਹਿਣਾ ਚਾਹੁੰਦਾ, ਮੁੱਦਿਆਂ ਦੀ ਜਿਹੜੀ ਸਿਆਸਤ ਸਾਡੀ, ਮੁੱਦਿਆਂ ਦੀ ਡੈਮੋਕ੍ਰੇਸੀ, ਜਮਹੂਰੀਅਤ ਨਹੀਂ ਰਹੀ। ਇਹ ਸਿਰਫ ਭਾਵਕ ਲੈਵਲ ਤੇ
ਇਲੈਕਸ਼ਨ ਜਿੱਤਣ ਦੀ ਪੋਲਿਟਿਕਸ ਹੈ। ਜਿਹਦੇ ਕੋਲੇ ਚੰਗੀ ਮਸ਼ੀਨਰੀ ਤੇ ਅਰੇਂਜਮੈਂਟ ਕਰ ਗਿਆ ਇਲੈਕਸ਼ਨ ਦਾ, ਗਿਣਤੀ ਮਿੰਤੀ ਉਹ ਕਰ ਦਿੰਦਾ ਹੈ। ਹੁਣ ਜਿਸ ਤਰੀਕੇ ਨਾਲ ਅਸੀਂ ਕਹਿ ਦਈਏ ਵੀ ਆਮ ਆਦਮੀ ਪਾਰਟੀ ਐਡੀ ਵੱਡੀ ਸਵੀਪਿੰਗ ਇਹਦੀ ਜਿੱਤ ਹੋਈ ਹੈ, ਉਹ ਕੋਈ ਮੁੱਦਿਆਂ ਤੇ ਥੋੜਾ ਜਿੱਤੀ ਹੈ। ਉਹ ਦੂਜੇ ਦੋ ਪਾਰਟੀਆਂ ਦੀਆਂ ਜਿਹੜੀਆਂ ਇਸ ਕਿਸਮ ਦਾ ਸਾਰਾ ਮਾਹੌਲ ਸੀ ਉਹਨਾਂ ਨੇ ਤਿਆਰ ਕੀਤਾ 2 ਵਾਰੀ, ਖਾਸ ਕਰਕੇ ਉਹਦੇ ਵਿੱਚ ਬਗਰਾੜੀ ਬੇਅਦਬੀ ਦਾ ਕੇਸ ਵੀ ਕਾਫੀ ਵੱਡੀ ਕੰਟਰੀਬਿਊਟਰੀ ਸੀਗਾ, ਤੇ ਉਸ ਦੇ ਵਿੱਚੋਂ ਇਹ ਜਿੱਤੀਆਂ। ਕੋਈ ਮੁੱਦੇ ਲੈ ਕੇ ਨਹੀਂ ਜਿੱਤੀਆਂ ਵੀ ਅਸੀਂ ਪੰਜਾਬ ਦਾ ਮੁੱਦਾ ਕੋਈ ਲੈ ਕੇ ਕਰਾਂਗੇ ਹੱਲ। ਇਸ ਕਰਕੇ ਇਹ ਇਮੋਸ਼ਨਲ ਲੈਵਲ ਤੇ ਹੀ ਪੋਲਿਟਿਕਸ ਖੜੀ ਹੈ। ਉਸੇ ਕਰਕੇ ਇਹ ਸਿੱਟ ਕਿੰਨੀਆਂ ਬੈਠ ਜਾਣ ਜਾਂ ਫੈਸਲੇ ਇਹਨਾਂ ਤੋਂ ਹੁੰਦੇ ਨੇ ਤੇ ਸਮਰੱਥਾ ਹੀ ਨਹੀਂ ਰਹੀ। ਮੈਂ ਇਹੀ ਕਹਿਣਾ ਚਾਹੁੰਦਾ। ਸਰਦਾਰ ਜਗਤਾਰ ਸਿੰਘ ਜੀ, ਸਿਰਫ 2 ਲਫ਼ਜ਼ਾਂ ਦੇ ਵਿੱਚ ਮੈਂ ਤੁਹਾਡੇ ਤੋਂ ਇੰਨਾ ਕੀ ਪੁੱਛਣਾ ਹੈ ਕਿ ਕੀ ਅਦਾਲਤ ਵਿੱਚੋਂ ਕੋਈ ਆਖਰੀ ਫੈਸਲਾ ਇਸ ਸਬੰਧ ਵਿੱਚ ਕਦੇ ਆਊਗਾ? ਮੇਰੇ ਖਿਆਲ ਦੇ ਵਿੱਚ ਨਹੀਂ ਆਊਗਾ। ਮੈਂ ਨਾਲ ਇਹ ਗੱਲ ਹੋਰ ਵੀ ਕਹਿਣਾ ਚਾਹੁੰਦਾ ਇਹਦੇ ਕਿ ਜਿਹੜੀ ਲੀਡਰਸ਼ਿਪ ਲੀਡ ਕਰਦੀ ਰਹੀ ਹੈ ਨਾ ਇਸ ਮੂਵਮੈਂਟ ਨੂੰ, ਉਹਨਾਂ ਦੇ ਆਪਣੇ ਕੱਦਾਂ ਤੇ ਕੁਐਸਚਨ ਮਾਰਕ ਹੈ। ਉਹਨਾਂ ਦੇ ਕੱਦ ਬਹੁਤ ਛੋਟੇ ਹੈ, ਇਸੇ ਕਰਕੇ ਇਹ ਗੱਲ ਅੱਗੇ ਨਹੀਂ ਤੁਰਦੀ। ਇੱਕ ਐਸਪੈਕਟ ਇਹਦਾ ਇਹ ਵੀ ਹੈ, ਇਹ ਧਿਆਨ ਰੱਖਣ ਵਾਲੀ ਗੱਲ ਹੈ ਸਾਰੀ। ਮੇਰੇ ਖਿਆਲ ਅਦਾਲਤਾਂ ਵੱਲੋਂ ਉਦੋਂ ਤੱਕ ਇਨਸਾਫ ਨਹੀਂ ਮਿਲਦਾ ਜਦੋਂ ਤੱਕ ਹੁਣ ਇਹ ਦੁਬਾਰਾ ਇੱਕ ਵਾਰੀ ਮਾਸ ਮੂਵਮੈਂਟ ਬਣ ਕੇ ਪ੍ਰੈਸ਼ਰ ਬਿਲਡ ਨਹੀਂ ਹੁੰਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।